ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਜਤਨ ਬਹੁਤ ਮੈਂ ਕਰ ਰਹਿਓ। ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਉ ਨਾਨਕ ਫਦਿਓ। ਰਾਖ ਲਿਹੋ ਭਗਵਾਨ, ਦੁਰਮਤ ਸਿਉ ਨਾਨਕ ਫਦਿਓ। ਰਾਖ ਲਿਹੋ ਭਗਵਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ, ਆਵਾਜ਼ ਥੋੜੀ ਘੱਟ ਕਰ ਦਿਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਆਪ ਜੀ ਸ਼ਹਾਦਤ ਦੇ ਇਸ ਵਿਸ਼ੇਸ਼ ਗੁਰਮਤਿ ਸਮਾਗਮ ਦੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਗੁਰਚਰਨ ਸਿੰਘ ਜੀ ਰਸੀਆ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ ਟ੍ਰੈਫਿਕ ਕਰਕੇ ਦੇਰੀ ਦੀ ਖਿਮਾ ਬਖਸ਼ਿਓ, ਕਿਉਂਕਿ ਸਵੇਰੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਵਿਖੇ ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਔਰ ਇਤਿਹਾਸ ਦੀ ਵਿਚਾਰ ਕੀਤੀ ਹੈ। ਉਸੇ ਲੜੀ ਨੂੰ ਮੈਂ ਇੱਥੇ ਆਪ ਜੀ ਦੇ ਸਨਮੁਖ ਅੱਗੇ ਬੇਨਤੀ ਕਰਾਂਗਾ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਅਦਬ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਧਰਮ ਦੀ ਰੱਖਿਆ ਲਈ ਹੈ, ਧਰਮ ਦੀ ਸੁਤੰਤਰਤਾ ਲਈ ਹੈ,
ਜੇ ਹੋਰ ਸ਼ਬਦ ਵਰਤੀਏ ਤੇ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ। ਪਰਮਾਤਮਾ ਨੇ ਇਸ ਰਚਨਾ ਵਿੱਚ, ਮੈਂ ਰਾਤ ਵੀ ਅਰਜ਼ ਕੀਤੀ, ਬੇਅੰਤਤਾ ਪੈਦਾ ਕੀਤੀ ਹੈ। ਉਸ ਅਨੇਕਤਾ ਨੂੰ ਜੇ ਆਪਣੇ ਅੰਦਰ ਦੀ ਸੰਕੀਰਨਤਾ ਨਾਲ ਇਸ ਏਕਤਾ ਵਿੱਚ ਬਦਲੀਏ ਕਿ ਸਿਰਫ ਮੇਰਾ ਮਜ਼ਹਬ, ਮੇਰੀ ਬੋਲੀ, ਮੇਰਾ ਪਹਿਰਾਵਾ, ਮੇਰੀ ਹੀ ਗੱਲ ਚੱਲੇ, ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਇਹ ਗੱਲ ਕਦੀ ਵੀ ਨਹੀਂ ਪਹੁੰਚਦੀ। ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਦੇਖੋ, ਪਾਠ ਬਾਣੀ ਆਪ ਪੜ੍ਹਦੇ ਸੁਣਦੇ ਹੋ। ਮੈਂ ਆਪ ਜੀ ਦੇ ਸਨਮੁਖ ਕੁਝ ਬੇਨਤੀਆਂ ਕਰਨੀਆਂ ਨੇ, ਕਿਉਂਕਿ ਜਦੋਂ ਅਸੀਂ ਸਮਾਜ ਦੇ ਵਰਤਾਰੇ ਨੂੰ ਅੱਜ ਦੇਖਦੇ ਹਾਂ ਤੇ ਲੋਕ ਭਾਸ਼ਾ ਦੇ ਆਧਾਰ ਤੇ ਵੀ ਇੱਕ ਦੂਜੇ ਤੋਂ ਨਫ਼ਰਤ ਕਰਦੇ ਆ, ਬੋਲੀ ਦੇ ਆਧਾਰ ਤੇ ਨਫ਼ਰਤ ਕਰਦੇ ਆ। ਇੱਥੋਂ ਤੱਕ ਕਿ ਜਿਸ ਨੂੰ ਪਰਮ ਸੱਚ ਆਪਾਂ ਪਰਮੇਸ਼ਵਰ ਵਾਹਿਗੁਰੂ ਰੱਬ ਜੀ ਕਹਿੰਦੇ ਆ, ਸੰਕੀਰਣ ਬੰਦੇ ਕਈ ਵਾਰੀ ਰੱਬ ਦੇ ਨਾਮ ਤੇ ਵੀ ਫਸਾਦ ਖੜਾ ਕਰ ਦਿੰਦੇ ਆ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹੋ ਜਿਹੀ ਸੰਕੀਰਣਤਾ ਨੂੰ ਕਤੀ ਹੀ ਪ੍ਰਵਾਨ ਨਹੀਂ ਕੀਤਾ ਗਿਆ। ਆਪ ਜੀ ਥੋੜੀਆਂ ਜੀਆਂ ਬੇਨਤੀਆਂ ਮੇਰੀਆਂ ਸੁਣਿਓ। ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਦੋਂ ਪੜ੍ਹਦੇ ਹਾਂ ਤੇ ਉਸ ਵਿੱਚ ਸਤਿਗੁਰੂ ਨੇ ਸ਼ੁਰੂਆਤ ਇਹਦੇ ਤੋਂ ਕੀਤੀ ਹੈ ਕਿ ਜਿਹੜਾ ਪਰਮ ਸੱਚ ਹੈ, ਜਿਸ ਨੂੰ ਵਾਹਿਗੁਰੂ ਜੀ ਅਸੀਂ ਆਪਣੀ ਸ਼ਬਦਾਵਲੀ ਚ ਕਰਤਾ ਪੁਰਖ ਜਾਂ ਮੂਲ ਮੰਤਰ ਵੀ ਸ਼ਬਦ ਵਰਤਨੇ ਆ ਕੁਛ, ਉਹਦੀ ਹੋਂਦ ਤੋਂ ਸ਼ੁਰੂ ਕਰਦੇ ਆ। ਫਿਰ ਬੇਨਤੀ ਹੈ ਤੇ ਉਸ ਹੋਂਦ ਵਿੱਚ ਉਹ ਕੋਈ ਦਲੀਲ ਨਹੀਂ ਦੇ ਰਹੇ। ਨਾਮ ਜਪਣ ਵੀ ਦਲੀਲ ਦੇਣਗੇ ਵੀ ਪਰਮਾਤਮਾ ਨੂੰ ਇਸ ਤਰ੍ਹਾਂ ਪਿਆਰ ਕਰੋ ਜਿਵੇਂ ਮੱਛੀ ਪਾਣੀ ਨੂੰ ਕਰਦੀ ਏ, ਕਰਨ ਘੰਡੇ ਗੇੜੇ ਨੂੰ ਕਰਦਾ ਹੈ, ਪਤੰਗਾ ਦੀਵੇ ਨੂੰ ਕਰਦਾ ਹੈ। ਪਰਮੇਸ਼ਵਰ ਦੇ ਸੰਬੰਧ ਵਿੱਚ ਕੋਈ ਦਲੀਲ ਨਹੀਂ ਦੇ ਰਿਹਾ ਕਿ ਰੱਬ ਇਸ ਤਰ੍ਹਾਂ ਸੱਚੇ। ਮੈਂ ਤੈਨੂੰ ਆਹ ਉਦਾਹਰਨ ਦੇਣਾ। ਮਹਾਰਾਜ ਸ਼ੁਰੂਆਤ ਕਰਦੇ ਆ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਸੀਂ ਇਹ ਬਚਨ ਚਾਰ ਮਹਾਰਾਜ ਦੇ ਆਰੰਭ ਚ ਪੜ੍ਹਨੇ ਆ। ਹੁਣ ਆਦ ਸੱਚ ਵਿੱਚ ਇਹ ਗੱਲ ਸਿੱਖ ਨੂੰ ਤਰਕ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹਿਣੀ ਚਾਹੀਦੀ। ਮੈਂ ਸਿੱਖ ਨੂੰ ਕਹਿ ਰਿਹਾ, ਜਿਹੜਾ ਆਪਣੇ ਮੁਰਸ਼ਿਦ ਨੂੰ, ਆਪਣੇ ਰਾਬਰ ਧੰਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਭਰੋਸਾ ਕਰਦਾ ਹੈ, ਮੈਂ ਨਹੀਂ ਦੇਖਿਆ, ਮੈਂ ਨਹੀਂ ਅਨੁਭਵ ਕੀਤਾ, ਪਰ ਜਿਸ ਦਾ ਮੈਂ ਪੱਲਾ ਪਕੜ ਰਿਹਾ ਉਹ ਕਹਿ ਰਿਹਾ, ਭਾਈ ਸੱਜਣਾ, ਇਸ ਸ੍ਰਿਸ਼ਟੀ ਦੇ ਆਦ ਵਿੱਚ ਪਰਮਾਤਮਾ ਆਪ ਹੈ। ਫਿਰ ਅਰਜ਼ ਹੈ ਇਹ ਨਹੀਂ ਕਿ ਪਰਮਾਤਮਾ ਆਦ ਤੋਂ ਸੱਚਾ ਹੈ। ਮੈਂ ਇੱਕ ਵਾਰ ਕਿਹਾ ਸੀ, ਜੇ ਪਰਮਾਤਮਾ ਦਾ ਵਾਹਿਗੁਰੂ ਜੀ ਦਾ ਆਦ ਬਣਾਵਾਂਗੇ ਤੇ ਉਹ ਸਮੇਂ 'ਚ ਵੱਜੇਗਾ, ਕਿਉਂਕਿ ਜਿਹਦਾ ਆਦ ਹੈ ਉਹਦਾ ਅੰਤ ਹੋਣਾ ਕਾਲ ਵਿੱਚ ਲਾਜ਼ਮੀ ਹੈ। ਆਦ ਸੱਚ ਦਾ ਅਰਥ ਹੈ ਕਿ ਇਸ ਸ੍ਰਿਸ਼ਟੀ ਦੇ ਮੁੱਢ ਵਿੱਚ, ਤੇ ਸ੍ਰਿਸ਼ਟੀ ਦਾ ਅਰਥ ਕੇਵਲ ਇਹ ਪਲੈਨਟ ਨਹੀਂ ਆਪਾਂ ਕਰਨਾ। ਸ੍ਰਿਸ਼ਟੀ ਵਿੱਚ ਗਿਆਨ ਖੰਡ ਦਾ ਸਭ ਕੁਝ ਆ ਜਾਏਗਾ। केते पवन पानी बसंतर, केते कान मखेस, केते बरमे घाड़त घड़ियां, रूप रंग के वेश, केतियां कर्म भूमि मेर, केते केते धूप देश, केते इंद चंद सूर, केते केते मंडल देश। उत्थे सतगुरां ने केते लफ्ज वरत्या जिहदी गिनती कोई नहीं। फिर बेनती है, उस आद सच, सारी रचना तो पहला वो सच। फिर महाराज कहते ने जुगाद सच, जुग का अर्थ टाइम, क्योंकि चार युग मन्ने जाते हैं। वो समय तो पहला भी सच है, क्योंकि समय का वरतारा बाद विच वरतदा है, पर पार ब्रह्म परमेश्वर जिहड़े ने वो समय तो पहला भी ने। समा काल साडे ते लागू हुंदा, उस सच ते बिल्कुल लागू नहीं हुंदा। इसे करके खालसा जी महाराज जी ने मूल मंत्र विच एक शब्द दिता है, अकाल मूरत। अकाल मूरत टाइमलैस, उत्ते कोई समा लागू नहीं। ते मूरत का अर्थ तस्वीर नहीं उत्थे, क्योंकि गुरमुख विद्वाना ने उसकी तस्वीर बनती कोई नहीं। गुरु गोबिंद सिंह जी का बचन है कि चितरंग बहीन है कि एक है अधीन है।
ਕੋਈ ਨਹੀਂ ਜੰਮਿਆ ਉਸ ਪਰਮਾਤਮਾ ਦਾ ਚਿੱਤਰ ਬਣਾਏ। ਤੇ ਫਿਰ ਇੱਕ ਹੋਰ ਵੀ ਖਿਆਲ ਉਪਜਦਾ ਕਿ ਜਿਹੜਾ ਕੋਈ ਦ੍ਰਿਸ਼ਟਮਾਨ ਦਿਸਦਾ ਹੀ ਨਹੀਂ ਉਹ ਹੈ, ਉਹਦਾ ਰੂਪ ਕੋਈ ਨਹੀਂ, ਉਹਦਾ ਰੰਗ ਕੋਈ ਨਹੀਂ, ਉਹਦਾ ਚੱਕਰ ਚਿੰਨ ਕੋਈ ਨਹੀਂ, ਉਹਦਾ ਮੂੰਹ ਕੋਈ ਨਹੀਂ, ਉਹ ਹੈ। ਮਹਾਰਾਜ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਹੈ ਜ਼ਰੂਰ, ਪਰ ਸਮਝ ਉਹਨੂੰ ਪੈਂਦੀ ਜਿਹਨੂੰ ਉਹ ਖੁਦ ਜਾਣਕਾਰੀ ਦਿੰਦਾ ਹੈ। ਰੂਪ ਨਾ ਰੰਗ ਨਾ ਰੇਖ ਕਿਛ, ਤ੍ਰਿਉ ਗੁਣ ਤੇ ਪ੍ਰਭਿਨ। ਤਿੰਨਾਂ ਗੁਣਾਂ ਤੋਂ ਰਜ ਗੁਣ, ਤਮ ਗੁਣ, ਸਤ ਗੁਣ ਤੋਂ ਉੱਪਰ ਹੈ। ਅਸੀਂ ਰਜ ਗੁਣ, ਤਮ ਗੁਣ, ਸਤ ਗੁਣ ਮਾਇਆ ਦੇ ਗੁਣਾਂ ਵਿੱਚਾਂ ਉਸ ਉੱਪਰ ਤਾਂ ਕੋਈ ਗੁਣ ਲਾਗੂ ਵੀ ਨਹੀਂ ਹੁੰਦਾ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਉ ਗੁਣ ਤੇ ਪ੍ਰਭ ਭਿੰਨ। ਅੱਗੇ ਕਿਹਾ ਤਿਸੈ ਬੁਝਾਏ ਨਾਨਕਾ। ਪਰ ਇਹਨਾਂ ਤਿੰਨਾਂ ਗੱਲਾਂ ਦੀ ਰੂਪ ਰੇਖ ਰੰਗ ਉਹ ਕਿਵੇਂ ਨਿਰਲੇਪ ਹੈ, ਇਹਨੂੰ ਕਿਸ ਤਰੀਕੇ ਨਾਲ ਸਮਝਾਵੇ। ਨਾ ਤਾਂ ਕੋਈ ਕਿਤਾਬ ਸਮਝਾ ਸਕਦੀ, ਨਾ ਕਿਸੇ ਕਥਾਵਾਚਕ ਦਾ ਗਿਆਨ ਸਮਝਾ ਸਕਦਾ। ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਹੈ ਜ਼ਰੂਰ, ਰੂਪ ਰੇਖ ਰੰਗ ਕੁਛ ਵੀ ਨਹੀਂ। ਇਹਦੀ ਸਮਝ ਉਹਨੂੰ ਪੈਂਦੀ ਜਿਹਨੂੰ ਉਹ ਖੁਸ਼ ਹੋ ਕੇ ਆਪ ਸਮਝਾਉਂਦਾ ਹੈ, ਜਿਹਨੂੰ ਆਪ ਗੁਰੂ ਰਾਮਦਾਸ ਦੇ ਬਚਨ ਰੋਜ਼ ਪੜ੍ਹਦੇ ਹੋ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ। ਤੇਰੇ ਤੋਂ ਬਿਨਾਂ ਕਿਹਨੇ ਜਾਣਨਾ। ਮੈਂ ਫਿਰ ਬੇਨਤੀ ਕਰਾਂ, ਉਹ ਸਭ ਦਾ ਮੁੱਢ ਸੱਚ, ਉਹ ਸਮੇਂ ਤੋਂ ਪਹਿਲਾਂ ਸੱਚ। ਤੇ ਮਹਾਰਾਜ ਕਹਿੰਦੇ ਨੇ ਅੱਜ ਵੀ ਉਹ ਸੱਚ ਹੈ। ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ। ਇਹ ਹੋਸੀ ਸਮਾਂ ਸਾਡੇ ਵਾਸਤੇ, ਉਹਦੇ ਲਈ ਤੇ ਹੋਸੀ ਹੈ ਹੀ ਨਹੀਂ, ਉਹਦੇ ਲਈ ਕੋਈ ਸਮਾਂ ਹੈ ਹੀ ਨਹੀਂ। ਜੇ ਪ੍ਰਮਾਤਮਾ ਲਈ ਸਮਾਂ ਮਿਥਾਂਗੇ ਉਹਦਾ ਫਿਰ ਬੀਤਿਆ ਹੋਇਆ ਵਰਤਮਾਨ। ਮਹਾਰਾਜ ਕਹਿੰਦੇ ਸਾਡੇ ਸਮੇਂ ਅਨੁਸਾਰ ਹੋਸੀ ਭੀ ਸੱਚ, ਉਹ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੈ। ਹੁਣ ਉਸ ਪਰਮ ਸੱਚ ਦੀ ਗੱਲ ਅਵਤਾਰਾਂ ਨੇ, ਪੈਗੰਬਰਾਂ ਨੇ, ਰਾਹਬਰਾਂ ਨੇ ਕੀਤੀ। ਕੁਝ ਸਮੇਂ ਤੋਂ ਬਾਅਦ ਜਦੋਂ ਇਨਸਾਨ ਇਸ ਦਵੈਸ਼ 'ਚ ਫਸਦਾ ਹੈ ਕਿ ਮੇਰੇ ਧਰਮ ਦਾ ਬੋਲਬਾਲਾ ਹੋਵੇ, ਦੂਜਾ ਹੋਣਾ ਹੀ ਨਹੀਂ ਚਾਹੀਦਾ, ਮੈਂ ਸੱਚ ਕਹਿੰਦਾ ਗੁਰਮਤ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੀ ਨਹੀਂ। ਥੋੜਾ ਜਿਹਾ ਤੁਸੀਂ ਦੇਖੋ, ਗੁਰੂ ਨਾਨਕ ਸਾਹਿਬ 1469 ਨੂੰ ਮਹਾਰਾਜ ਦਾ ਆਗਮਨ ਹੋਇਆ ਨਾ, ਤੇ ਮੈਂ ਬੇਨਤੀ ਕਰਨਾ ਹੁੰਨਾ, ਏਡੀ ਵੱਡੀ ਵਿਸ਼ਾਲਤਾ। ਬਾਬਾ ਜੀ ਨੇ ਇਹ ਨਹੀਂ ਕਿਹਾ ਕਿ ਲੋਕੋ ਮੈਂ ਸ਼ਬਦ ਉਚਾਰਨ ਕੀਤਾ, ਸੱਚ ਦੀ ਵਿਆਖਿਆ ਮੇਰੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਇਸ ਧਰਤੀ ਤੇ, ਬੰਗਾਲ ਦੀ ਧਰਤੀ ਤੇ ਇੱਕ ਮਹਾਂਪੁਰਸ਼ ਹੋਏ ਜਿਨ੍ਹਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੈਦੇਵ ਜੀ। ਉਹਨਾਂ ਦੀ ਬਾਣੀ ਆਪਾਂ ਪੜ੍ਹਨੇ। ਮਹਾਰਾਜ ਤੋਂ 300 ਸਾਲ ਪਹਿਲਾਂ ਨੇ ਗੁਰੂ ਨਾਨਕ ਸਾਹਿਬ ਤੋਂ। ਭਗਤ ਜੈਦੇਵ ਤੋਂ 3 ਸਾਲ ਛੋਟੇ ਨੇ ਬਾਬਾ ਫਰੀਦ ਜੀ। ਉਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ 'ਚ। ਉਹ ਪੰਜਾਬ ਦੀ ਧਰਤੀ ਤੇ, ਉਹ ਮਹਾਂਪੁਰਖ ਬੰਗਾਲ ਦੀ ਧਰਤੀ ਤੇ ਦੋਨਾਂ ਦੀ ਬੋਲੀ ਤੇ ਪਹਿਰਾਵਾ ਇੱਕ ਦੂਜੇ ਨਾਲ ਮੇਲ ਹੀ ਨਹੀਂ ਖਾਂਦਾ। ਧਰਮ ਦੇ ਅਕੀਦੇ ਵੱਖਰੇ ਨੇ। ਭਗਤ ਜੈਦੇਵ ਜਦੋਂ ਬੋਲਦੇ ਨੇ ਉਹ ਸੰਸਕ੍ਰਿਤ ਨਾਲ ਮਿਲੇ ਕੋਈ ਸ਼ਬਦ ਨੇ ਕਿ ਪਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ। ਜਦੋਂ ਬਾਬਾ ਫਰੀਦ ਜੀ ਬੋਲਦੇ ਨੇ ਉਹ ਲਹਿੰਦੀ ਪੰਜਾਬੀ ਬੋਲਦੇ ਆ ਕਿ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ ਇਹ ਤਨ ਖੋਸ਼ੀ ਖਾਕ ਨਿਮਾਣੀ ਗੌਰ ਕਰੇ। ਆਪਾਂ ਆਉਣਾ ਸ਼ਹਾਦਤ ਵਿੱਚ, ਮੇਰੀ ਬੇਨਤੀ ਹੈ। ਹੁਣ ਦੋਨਾਂ ਦੀ ਬੋਲੀ 'ਚ ਫਰਕ, ਦੋਨਾਂ ਮਹਾਂਪੁਰਖਾਂ ਦੇ ਪਹਿਰਾਵੇ 'ਚ ਫਰਕ, ਦੋਨਾਂ ਦੇ ਖਾਣੇ ਵਿੱਚ ਵੀ ਫਰਕ ਹੋ ਸਕਦਾ ਹੈ। ਇਸ ਗੱਲ ਨੂੰ ਜ਼ਿਹਨ 'ਚ ਰੱਖ ਕੇ ਚੱਲੀਏ। ਗੁਰੂ ਸਾਹਿਬ ਨੇ ਬਿਲਕੁਲ ਹੇਠ ਨਹੀਂ ਕੀਤੀ ਕਿ ਇਹ ਸੰਸਕ੍ਰਿਤ 'ਚ ਬੋਲਦਾ ਹੈ, ਇਹ ਲਹਿੰਦੀ 'ਚ ਬੋਲਦਾ ਹੈ। ਸੱਚ ਐਵੇਂ ਕਿ ਗੁਰੂ ਨੇ ਸ਼ਬਦਾਂ ਦੀ ਸੰਕੀਰਨਤਾ ਨੂੰ ਮਿਟਾ ਕੇ ਸਿਰਫ ਤਾਂ ਸਿਰਫ ਜੇ ਕਰਤੇ ਦੀ ਸਿਫਤ ਕਰਦਾ, ਬੋਲੀ ਕੋਈ ਵੀ ਹੋਵੇ, ਸ਼ਬਦਾਵਲੀ ਕੋਈ ਹੋਵੇ, ਸਤਿਗੁਰੂ ਦੇ ਘਰ ਵਿੱਚ ਉਹ ਪ੍ਰਵਾਨ ਹੈ। ਇੱਕ ਹੋਰ ਬੇਨਤੀ ਜਿਹੜੀ ਅੱਗੇ ਕਰਨੀ ਹੈ, ਜਿੱਥੇ ਬੋਲੀ ਦਾ ਆਧਾਰ ਹੈ। ਮੈਂ ਕੱਲ ਸ਼ੀਸ਼ਗੰਜ ਸਾਹਿਬ ਕਿਹਾ, ਗੁਰੂ ਗ੍ਰੰਥ ਸਾਹਿਬ 'ਚ 15 ਭਾਸ਼ਾਵਾਂ ਦੀ ਗੁਰਦੇਵ ਨੇ ਵਰਤੋਂ ਕੀਤੀ। 15 ਭਾਸ਼ਾਵਾਂ ਦੇ ਸ਼ਬਦ ਸਾਨੂੰ ਮਿਲਦੇ ਆ, ਕਿਉਂਕਿ ਲਿਪੀ ਤਾਂ ਮੈਂ ਕੱਲ ਵੀ ਜ਼ੋਰ ਲਾਇਆ ਵੀ ਲਿਪੀ ਸਾਡੀ ਜਿਹੜੀ ਹੈ ਉਹ ਗੁਰਮੁਖੀ ਹੈ। ਤੇ ਮੈਂ ਆਪ ਨੂੰ ਬੇਨਤੀ ਕਰਾਂਗਾ, ਇਕੱਲੇ ਦਿੱਲੀ ਵਾਲੇ ਨਹੀਂ, ਗੁਰਸਿੱਖੋ ਗੁਰਮੁਖੀ ਸਿੱਖੋ, ਗੁਰਮੁਖੀ ਵਿੱਚ ਹੀ ਪੰਜਾਬੀ ਬੋਲੋ, ਪੰਜਾਬੀ ਲਿਖੋ। ਕਿਉਂਕਿ ਜੇ ਗੁਰਮੁਖੀ ਜਿਹੜੀ ਹੈ ਸਤਿਗੁਰਾਂ ਦੀ ਦਿੱਤੀ ਕੋਈ ਦਾਤ ਹੈ ਸਾਨੂੰ, ਜਿਹਨੂੰ ਅਸੀਂ 35 ਕਹਿੰਦੇ ਆ। ਤੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਪੱਟੀ ਪੂਰੀ 35 ਦੀ ਹੈ ਗੁਰੂ ਨਾਨਕ ਸਾਹਿਬ ਦੀ, ਇੱਕ ਪੱਟੀ ਗੁਰੂ ਅਮਰਦਾਸ ਦੀ ਹੈ, ਇੱਕ ਤੁਸੀਂ 52 ਅੱਖਰੀ ਪੜ੍ਹਦੇ ਹੋ। 52 ਅੱਖਰੀ ਦਾ ਸੰਬੰਧ ਸੰਸਕ੍ਰਿਤ ਨਾਲ ਹੈ, ਪਰ ਮਹਾਰਾਜ ਨੇ ਸਾਨੂੰ 35 ਦਿੱਤੀ। ਮੈਂ ਆਪ ਨੂੰ ਬੇਨਤੀ ਕਰਾਂ ਕਿ ਇੱਥੇ ਭਾਸ਼ਾ ਦੇ ਆਧਾਰ ਤੇ ਇਹ ਨਹੀਂ ਕਿ ਪ੍ਰਮਾਤਮਾ ਨੂੰ ਇਸ ਨਾਮ ਨਾਲ ਕਹੋ। ਹੁਣ ਇੱਕ ਸ਼ਬਦ ਹੋਰ ਹੈ ਗੁਰੂ ਗ੍ਰੰਥ ਸਾਹਿਬ 'ਚ,
मैं अर्ज की, एक भगत ऐसे ने जिन्हां नूं सिर्फ तसीहे इस करके दिते गए कि तेरी लोकां च मानता है, तू अपनी जबान तो वो शब्द बोल जो हकूमत चाहती। उन्होंने पूरा शब्द गुरु ग्रंथ ਸਾਹਿਬ दर्ज किया। वो भगत नामदेव जी का शब्द है। मैं सारा तो शब्द नहीं पढ़ांगा, लंबेरा है। वो शब्द है, सुल्तान पूछे सुनबे नामा, देखूं राम तुम्हारे कामा, नामा सुल्तान ने बादुला, देखूं तेरा हर बीठला। उस विच समस्या ये है, समस्या जिहड़ी बादशाह क्रिएट करी बैठा है कि तू अपनी जबान तो बीठुल नहीं बोलना, क्योंकि बीठुल शब्द की वरतों बहुत करते सन भगत नामदेव जी। दूसरी गल, अपनी जबान तो राम नहीं बोलना। की बोलना जी? जो साडी हुकूमत इस, तुसी जबान तो खुदा बोलना है, रब बोलना है, करीम बोलना है, रहीम बोलना है, तुसी राम नहीं बोलना। तो मैं बेनती थोड़ा जिहा रोक सकनी आवाज भी ओहदे विच इह वे कि वो समस्या खड़ी होगी। वो उन्होंने कहा भी जे नहीं तेन ते तशद्दद करो। भगत नामदेव जी ते तशद्दद किया, इत्थों तक कि मां की ममता ने भी कहा, मां कोल आई कह लगी तू सर्व व्यापक ब्रह्म नूं पूजना है, ते जे राम छड़ के खुदा कह लेगा तेरा की बिगड़दा पिया। रुदन करे नामे की माए, छोड़ राम की ना भजै खुदाए, तू राम छोड़ के खुदा बोल। ते महाराज कहते ने अगों भगत जी का उत्तर सी, कह लगे नहीं, मैं जिन्नी देर तक मेरे श्वास ने मैं सिर्फ राम ही बोलांगा। छोड़ राम की ना भजै खुदाए। अगों कहते ना हो तेरा पूंगड़ा, पूंगड़ा समझ गया ना, बच्चा नहीं मैं तेरा, ना तू मेरी माहे, पिंड परै तो हर गुण गाए, तन दे टुकड़े हो जाएंगे पर बोलांगा राम। ये गल होर याद रखियो। ये एक सवाल पैदा होगा कि नामदेव हेट करते हैं खुदा शब्द नाल? बिल्कुल नहीं। अपनी मर्जी विच, अपनी स्वतंत्रता विच वो कुरान दे नाम जिहड़े ने रब दे वरदे आ, जिहड़ा शब्द तुसी पढ़दे हो, मैं अंधले की टेक मेरा तेरा नाम खुंदकारा, मैं गरीब मैं मस्कीन तेरा नाम है हदारा। अगे शब्द तां सारे इस्लामिक ने, करीमा रहीमा अल्लाह तू गनी, हाजरा हजूर दर पेश तू मनी। आ करीम रहीम शब्द की है जी? मेरी बेनती है कि भगत अपनी स्वतंत्रता न रब नूं जिस मर्जी नाम नाल पुकारे, पर राजनीतिक तौर ते जां बादशाह अपनी ताकत नाल कहे कि जो मेरा मजहब है केवल उस नूं ही मनो, वक्ती तौर ते जुल्म दी खनेरी लिया सकता है, पर रब नूं इह परवान नहीं हुंदा, परमेश्वर नूं इह परवान नहीं। मैं आप नूं बेनती करांगा, हालांकि जदों गुरु नानक साहब जी का आगमन होया ना, महाराज जी ने हिंदी शब्द भी वरते नहीं जी, बड़े अवधि दे शब्द वरते आ, पर जदों लोकां ने अपनी बोली छड़ दी ते गुलामी दे विच फसे हुए लोग दूजे नूं खुश कर ले, अब्बे दी बापू दी थां पिता दी थां मियाँ कहन लग पे। महाराज ने कहा घर घर मियाँ सबना जियां, बोली अवर तुम्हारी। पर महाराज ने शब्द उंज वरत्या मियाँ, तू सुल्तान कहा हो मियाँ। ਇਹਦਾ मतलब महाराज नूं हेट नहीं शब्द नाल, पर जदों तुसी धक्के नाल जां डरदा होया कह रहे मियाँ, एक बचन होर महाराज दा हुंदा जी, कहन लगे आद पुरख को अल्लाह कहिए शेखां आई वारी। कहने हुण शेखां दा राज आ गया, मुसलमानां दा मुगल आ गए ने, जिन्हों आद पुरख कहंदे सन, वो धक्के नाल आद पुरख नूं बंद करा के अल्लाह बुलाना चाहते हैं। मैं आप नूं सिर्फ बेनती करांगा, गुरु घर विच ये बिल्कुल खुल है, तू जिस मर्जी नाम नाल जप। गुरु साहब ने सारे नाम वरते। इस तो अगली बेनती एक होर कि जिहड़ी इस धरती ते सी जी, ये जाति वाला बंदा भगवान नूं जप सकदा है। इत्थों तक कह दिता इहदा जन्म मूँह तो होया, इहदा हत्थां तो होया, पेट तो होया, इहदा पैर तो होया। गुरु जी ने यह भी सारी खेड मुका के रख दी। कहन लगे जात किसी दी कोई भी होवे, किरत वो की कर रहे, चाहे वो चमड़े का काम कर रहे हैं, चाहे कपड़े सीन का कर रहे हैं, चाहे लोगों के घर में खाने पकाने का काम कर रहे हैं, चाहे खेतों में खल वाह रहे हैं, इस गल नूं छड्डो। तुसीं देखो उन्हां दी टुकी कोई सुरत जे परमात्मा तक पहुंचे ने, उन्हां दे शब्द भी गुरु ग्रंथ साहिब विच प्रवान ने। मैं आप नूं बेनती फिर करांगा, इस संबंधी कदी फिर खुल के गुरबाणी बारे गुरु नानक साहब महाराज जी ने एक किरपा की। गुरमुखो, गुरु नानक साहब के हिरदे विच
ਪੂਰੀ ਮਾਨਵਤਾ ਦੇ ਲਈ ਦਰਦ ਹੈ। ਜਦੋਂ ਅਸੀਂ ਹਜ਼ੂਰ ਦੀ ਬਾਣੀ ਪੜ੍ਹਨੇ ਖਾਂ ਤੇ ਮੈਂ ਅੱਜ ਸੋਚ ਰਿਹਾ ਸਾਂ 4 ਗੱਲਾਂ ਤੇ ਮਹਾਰਾਜ ਬੜਾ ਜ਼ੋਰ ਦਿੰਦੇ ਆ। ਉਂਝ ਤਾਂ ਬੇਅੰਤ ਗੁਣ ਨੇ ਹਜ਼ੂਰ ਦੇ ਨਾ, ਪਰ ਜਦੋਂ ਮੁਸਲਮਾਨ ਨੂੰ, ਹਿੰਦੂ ਨੂੰ, ਜੋਗੀ ਨੂੰ, ਸਿੱਖ ਨੂੰ ਜਦੋਂ ਸਮਝਾਉਂਦੇ ਨੇ ਤੇ 4 ਗੁਣਾਂ ਤੇ 4 ਦੈਵੀ ਗੁਣ ਬੜੀ ਬੜੀ ਮਹਾਰਾਜ ਕਹਿੰਦੇ ਆ। ਇੱਕ ਕਿ ਤੇਰੇ ਅੰਦਰ ਕਰੁਣਾ ਹੋਣੀ ਚਾਹੀਦੀ ਹੈ, ਦਇਆ ਹੋਣੀ ਚਾਹੀਦੀ ਹੈ। ਦੂਜੀ ਗੱਲ, ਤੇਰੇ ਅੰਦਰ ਸਬਰ ਹੋਣਾ ਬਹੁਤ ਜ਼ਰੂਰੀ ਹੈ, ਸੰਤੋਖ ਜਿਹੜਾ ਅਸੀਂ ਸ਼ਬਦ ਪੜ੍ਹਨੇ ਆ। ਤੀਸਰੀ ਗੱਲ, ਤੇਰਾ ਇੰਦਰੀਆਂ ਤੇ ਨਿਰੰਤਰਣ ਸੰਯਮ ਹੋਣਾ ਤੇਰੇ ਲਈ ਬਹੁਤ ਜ਼ਰੂਰੀ ਹੈ। ਤੇ ਚੌਥੀ ਗੱਲ, ਤੇਰੇ ਕੋਲ ਸੱਤ ਦਾ ਸਿਮਰਨ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਮਹਾਰਾਜ ਜੀ ਨੇ ਜਨੇਊ ਨਹੀਂ ਪਾਇਆ ਨਾ, ਤੇ ਉਸ ਦਿਨ ਜਿਹੜੀ ਵਿਆਖਿਆ ਕੀਤੀ ਉਸ ਦਿਨ ਵੀ ਸਮੱਤ ਦਿੱਤੀ ਹੈ। ਇਹ ਨਹੀਂ ਮਜ਼ਾਕ ਕਰਕੇ ਕਹਿ ਦਿੱਤਾ ਨਹੀਂ ਤੇਰੇ ਧਾਗੇ ਨੂੰ ਮੰਨਦਾ। ਹਜ਼ੂਰ ਨੇ ਕਿਹਾ ਮੈਂ ਮੰਨਾਂਗਾ ਜ਼ਰੂਰ, ਪਰ ਤੇਰੇ ਧਾਗੇ ਵਿੱਚ, ਤੇਰੇ ਧਰਮ ਵਿੱਚ 4 ਦੈਵੀ ਗੁਣ ਹਨ ਜਿਹੜੇ ਸਾਡੀ ਆਤਮਾ ਨਾਲ ਨਿਭਦੇ ਨੇ। ਤੁਸੀਂ ਸਾਰੇ ਸ਼ਲੋਕ ਜਾਣਦੇ ਹੋ, ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ 7 ਵਟ। ਇਹ 4 ਗੱਲਾਂ ਚੇਤੇ ਰੱਖਿਓ, ਦਇਆ, ਸੰਤੋਖ, ਜਤ ਤੇ 7। 4 ਹੀ ਕਿਹਾ ਨਾ, ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ 7 ਵਟ। ਇਹ ਜਨੇਊ ਜੀ ਕਾ ਖਈ ਤਾਂ ਜੇ ਖੈ ਤੇ ਲਿਆ ਮੈਨੂੰ ਪਹਾ, ਖਈ ਤਾਂ ਪਾਂਡੇ ਘੱਤ ਨਾ ਇਹ ਟੁੱਟੈ, ਨਾ ਮਨ ਲੱਗੈ, ਨਾ ਇਹ ਜਲੈ ਨ ਜਾਏ। ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਜਿੱਥੇ ਕਿਹਾ ਵੀ ਇਹ 4 ਗੁਣ ਇਹ ਬੜੇ ਵੱਡੇ ਨੇ। ਮੈਂ ਪਿਛਲੇ ਦਿਨ ਹੀ ਕਿਹਾ ਜੀ ਸੀ, ਜਦੋਂ ਕਥਾ ਕਰਨੇ ਆ ਨਹੀਂ, ਕਿਸੇ ਦੇ ਤਰਕ ਨਹੀਂ, ਇਹ ਕਹਿ ਦੇਣੇ ਹਈ ਤਾਂ ਪਾਂਡੇ ਕੱਤ, ਖਈ ਤਾਂ ਪਾਂਡੇ ਕੱਤ। ਕਿੰਨਾ ਚੰਗਾ ਹੋਵੇ 4 ਦੈਵੀ ਗੁਣਾਂ ਦੀ ਵਿਆਖਿਆ ਕੀਤੀ। ਜੇ ਦਇਆ ਦੀ ਵਿਆਖਿਆ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ। ਅੱਜ ਮੈਂ ਸਵੇਰੇ ਕਿਹਾ ਉਹਨਾਂ ਨੂੰ ਤੇ ਕੋਈ ਮੁਸ਼ਕਲ ਹੀ ਨਹੀਂ ਸੀ। ਕੋਈ ਮੁਸ਼ਕਲ ਸੀ ਜੀ ਉਹਨਾਂ ਨੂੰ? ਚੰਗਾ ਭਲਾ ਇੰਨਾ ਸੋਹਣਾ ਆਨੰਦਪੁਰ ਕੁੱਗ ਵਸਦਾ ਪਿਆ ਸੀ। ਪਰਮਾਤਮਾ ਨੇ ਇੰਨਾ ਆਗਿਆਕਾਰ ਪੁੱਤਰ ਦਿੱਤਾ ਹੈ। ਜੀਵਨ ਸਾਥੀ ਮਾਤਾ ਗੁਜਰੀ ਜੀ ਬੰਦਗੀ ਚ ਭਰਪੂਰ ਨੇ। ਮਾਂ ਬਜ਼ੁਰਗ ਜਿਹੜੀ ਹੈ ਮਾਤਾ ਨਾਨਕੀ ਘਰ ਚ ਨੇ। ਉਹਨਾਂ ਨੂੰ ਤੇ ਕੋਈ ਮੁਸ਼ਕਲ ਹੀ ਕੋਈ ਨਹੀਂ ਸੀ ਜੀ। ਤੇ ਉਹਨਾਂ ਨੇ ਜਿਹੜਾ ਨਗਰ ਵਸਾਇਆ ਉਹ ਵੀ ਪੈਸੇ ਦੇ ਕੇ ਜ਼ਮੀਨ ਖਰੀਦੀ ਸੀ। ਆਪ ਸਭ ਨੂੰ ਪਤਾ ਹੈ, ਕੋਈ ਮੁਸ਼ਕਲ ਨਹੀਂ। ਪਰ ਕਿਸੇ ਦੇ ਘਰ ਨੂੰ ਅੱਗ ਲੱਗਦੀ ਹੈ ਤੇ ਗੁਰਮੁਖੋ ਹਿਰਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਿਘਲ ਜਾਂਦਾ। ਜੇ ਕਿਸੇ ਦਇਆ ਦੀ ਮਿਸਾਲ ਦੇਣੀ ਹੈ ਨਾ, ਇਦੋਂ ਵੱਡੀ ਕਰੁਣਾ ਦੀ ਗੱਲ ਕਿਤੇ ਨਹੀਂ ਮਿਲੇਗੀ। ਦੇਖੋ ਇੱਥੇ ਬ੍ਰਾਹਮਣ ਨੂੰ ਕਿਹਾ, ਤੇ ਮੈਂ ਤਾਂ ਬੇਨਤੀ ਕਰਨਾ, ਜਦੋਂ ਜਨੇਊ ਦੀ ਵਿਆਖਿਆ ਕੀਤੀ 4 ਗੁਣ ਕਹੇ, ਤੇ ਜਦੋਂ ਸਤਿਗੁਰੂ ਨੇ ਇਸਲਾਮ ਦੀ ਸ਼ਰ੍ਹਾ ਦੀ ਵਿਆਖਿਆ ਕੀਤੀ, ਲਫ਼ਜ਼ ਤੇ ਸ਼ਬਦਾਵਲੀ ਉਹਦੇ ਵਾਲੀ ਵਰਤੀ, ਪਰ ਗੁਣ ਉਹੀ ਨੇ। ਮਿਹਰ ਮਸੀਤ, ਹਾਂਜੀ, ਉੱਥੇ ਦਇਆ ਕਪਾ, ਮਿਹਰ ਦਰ ਤੇ ਤਰਸ। ਉੱਥੇ ਕਿਹਾ ਜੀ ਦਇਆ ਕਪਾ, ਇੱਥੇ ਕਿਹਾ ਮਿਹਰ ਮਸੀਤ, ਉੱਥੇ ਕਿਹਾ ਸੰਤੋਖ ਸੂਤ, ਇੱਥੇ ਕਿਹਾ ਸਿਦਕ ਮੁਸੱਲਾ। ਸੰਤੋਖ ਤੇ ਸਿਦਕ ਇੱਕੋ ਅਰਥ ਵਿੱਚ ਆਵੇਗਾ। ਮਿਹਰ ਮਸੀਤ, ਸਿਦਕ ਮੁਸੱਲਾ, ਹੱਕ, ਹੱਕ ਦਾ ਅਰਥ ਸੱਚ, ਹੱਕ ਹਲਾਲ ਕੁਰਾਨ, ਸ਼ਰਮ ਸੁਨਨਤ। ਜਤ ਜਿਹਨੂੰ ਕਹਿ ਰਹੇ ਆ ਕਿ ਤੂੰ ਸ਼ਰਮ, ਆਪਣੀਆਂ ਇੰਦਰੀਆਂ ਨੂੰ ਵਾਸ਼ਨਾ ਤੋਂ ਰੋਕ, ਚੇਤੇ ਰੱਖੀ ਇਦੋਂ ਵੱਡੀ ਸੁਨਤ ਕੋਈ ਨਹੀਂ। ਗੁਣ ਤਾਂ 4 ਹੀ ਕਹੇ ਨਾ ਜੀ। ਜਦੋਂ ਉਸ ਤੋਂ ਬਾਅਦ ਮਹਾਰਾਜ ਕਾਜੀ ਜੋਗੀ ਨੂੰ ਸੰਬੋਧਨ ਕਰਦੇ ਆ, ਤੇ ਮੈਂ ਆਪ ਨੂੰ ਬੇਨਤੀ ਕਰਾਂ, ਬਾਬਾ ਜੀ ਦੇ 19 ਰਾਗਾਂ ਚ ਬਾਣੀ ਹੈ। ਉਂਝ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਜੀ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਕੋਈ ਪ੍ਰਚਾਰਕ ਹੋਵੇ, ਕੀਰਤਨੀਆ ਹੋਵੇ, ਪ੍ਰਬੰਧਕ ਹੋਵੇ, ਕੋਈ ਸਿੱਖ ਹੈ ਜਿਹਨੂੰ ਰੱਬ ਨੇ ਇਸ ਭਾਂਡੇ ਵਿੱਚ ਸੋਝੀ ਦਿੱਤੀ ਹੈ ਨਾ, ਗੁਰਮੁਖੋ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਆ ਕਰੋ, ਮੇਰੀ ਬੇਨਤੀ ਹੈ। ਤੇ ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ 4 ਅੰਗ ਸਿਰਫ ਰੋਜ਼ ਕਰੋ। ਤੁਹਾਨੂੰ ਕੋਈ ਨਹੀਂ ਕਹਿੰਦਾ ਤੁਸੀਂ 60 ਕਰੋ, 70 ਕਰੋ। 4 ਅੰਗ ਸਿਰਫ ਰੋਜ਼ ਪਾਠ ਕਰੋ। 1 ਸਾਲ ਵਿੱਚ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣਗੇ। ਜਿਹੜੇ ਸੱਜਣ ਇਹ ਸ਼ੌਕ ਰੱਖਦੇ ਆ ਜੀ ਅਸੀਂ ਅਰਥ ਵੀ ਨਾਲ ਦੇਖਣੇ ਨੇ। ਉਂਝ ਇੱਕ ਅਰਥ ਹੁੰਦੇ ਨੇ ਵਰਨਾਤਮਕ, ਜੋ ਸ਼ਬਦ ਆਇਆ ਮੈਂ ਗ੍ਰਾਮਰ ਲੈ ਲਾਂਗਾ ਜਾਂ ਕੋਸ਼ ਲੈ ਕੇ ਅਰਥ ਕਰਾਂਗਾ। ਇੱਕ ਅਰਥ ਹੁੰਦਾ ਭਾਵਾਤਮਕ। ਜਿਹੜੇ ਭਾਵਾਤਮਕ ਅਰਥ ਹੁੰਦੇ ਨਾ, ਇਹ ਸ਼ਬਦ ਵਿੱਚੋਂ, ਅਭਿਆਸ ਵਿੱਚੋਂ ਨਿਕਲਦੇ ਆ। ਵਰਨਾਤਮਕ ਅੱਖਰ ਅਰਥ ਆਪਾਂ ਸਾਰੇ ਪੜ੍ਹ ਸਕਦੇ। ਤੁਹਾਡੇ ਇੱਥੇ ਵੀ ਹੋਣਾ, ਮੈਂ ਬੇਨਤੀ ਕਰਾਂ, ਸ਼ਬਦਾਰਥ ਦੀਆਂ 4 ਪੋਥੀਆਂ ਨੇ। ਸ਼ਬਦਾਰਥ ਦੀਆਂ ਸ਼੍ਰੋਮਣੀ ਕਮੇਟੀ ਛਾਪੀਆਂ ਨਾ ਜੀ, ਉਹ ਬੜੀ ਮਿਹਨਤ ਕੀਤੀ ਉਹਨਾਂ ਨੇ। ਪ੍ਰਿੰਸੀਪਲ ਤੇਜਾ ਸਿੰਘ ਜੀ ਹੋਣਾ ਨੇ, 3-4 ਵਿਦਵਾਨਾਂ ਨੇ। ਆਪ ਨੂੰ ਪਤਾ ਹੈ, ਇੱਕ ਪਾਸੇ ਸ਼ਬਦ ਹੈ, ਦੂਜੇ ਪਾਸੇ ਅਰਥ ਹੈ। ਗੁਰੂ ਨੂੰ ਪੜ੍ਹਨਾ ਹੈ,
ਤੇ ਗੁਰੂ ਨੂੰ ਮੁਹੱਬਤ ਕਰਨ ਲਈ ਪੜ੍ਹਨਾ ਹੈ, ਵਪਾਰ ਲਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਜੇ 4 ਗੱਲਾਂ ਪੰਡਿਤ ਨੂੰ ਕਹੀਆਂ, 4 ਉਹਨਾਂ ਨੇ ਇਹ ਮੁਸਲਮਾਨ ਵੀਰ ਨੂੰ ਕਹੀਆਂ, 4 ਗੱਲਾਂ ਜੋਗੀ ਨੂੰ ਕਹੀਆਂ, ਮੁੰਦਾ ਸੰਤੋਖ, ਸ਼ਰਮ ਪਤ ਝੋਲੀ, ਤੇ ਇਹ ਵੀ ਸਾਰੇ ਗੁਣ ਤੁਹਾਨੂੰ ਮਿਲ ਜਾਣਗੇ। ਸ਼ਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ ਖਿੰਥਾ, ਕਾਲ ਕੁਵਾਰੀ ਕਾਇਆ, ਇਹ ਸਾਰੇ ਬਚਨ। ਇੱਥੋਂ ਤੱਕ ਭੁਗਤ ਗਿਆਨ ਦਇਆ ਭੰਡਾਰਨ, ਜੇ ਸਾਰੇ ਚ ਵੇਖੋਗੇ 4 ਗੁਣ ਮਿਲਣਗੇ। ਅੱਜ ਮੈਂ ਬੇਨਤੀ ਜੋ ਸੀਸਗੰਜ ਸਾਹਿਬ ਕੀਤੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਦਿੱਲੀ ਦੀ ਧਰਤੀ ਤੇ ਆਏ, ਮੈਂ ਸਮੇਂ ਵਿੱਚ ਸਮਾਪਤੀ ਕਰ ਦਿਆਂਗਾ। ਹਾਂਜੀ, ਅੱਜ ਮੇਰੇ ਮਨ ਸੀ ਕਿ ਮਹਾਰਾਜ ਉੱਥੇ ਅੱਜ ਆਇਆ ਮਨ ਚ ਬੈਠਿਆ, ਕਿਉਂਕਿ ਜ਼ਰੂਰੀ ਨਹੀਂ ਕਿ ਪੜ੍ਹ ਕੇ ਹਰਕਥਾ ਆਵੇ। ਮੈਂ ਕਿਹਾ ਸੀਸਗੰਜ ਇੱਕ ਵੱਖਰੀ ਜੀ ਅਦਭੁਤ ਘਟਨਾ ਵਾਪਰੀ, ਇੱਕ ਦੂਜੇ ਨੂੰ ਧੰਨ ਧੰਨ ਕਹੀ ਜਾਂਦੇ ਆ। ਫਿਰ ਬੇਨਤੀ ਸੁਣੋ, ਸਿੱਖ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖ ਕੇ ਪਿੰਜਰੇ ਵਿੱਚ ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ, ਤੇ ਸਿੱਖ ਦੇ ਸਿਰ ਤੇ ਆਰਾ ਚੱਲ ਕੇ 2 ਫਾੜ ਹੁੰਦਾ ਤੇ ਪਿੰਜਰੇ ਵਿੱਚ ਖਲੋਤਾ ਗੁਰੂ ਕਹੀ ਜਾਂਦਾ ਧੰਨ ਸਿੱਖੀ। ਕਿਤਨਾ ਆਪਸੀ ਪਿਆਰ ਹੈ। ਸਿੱਖ ਗੁਰੂ ਨੂੰ ਧੰਨ ਕਹਿ ਰਿਹਾ ਹੈ, ਤੇ ਸੱਚ ਇਹ ਵੇ ਗੁਰੂ ਸਿੱਖੀ ਨੂੰ ਧੰਨ ਕਹਿ ਰਿਹਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ, ਥੋੜਾ ਜਿਹਾ ਇਤਿਹਾਸ ਵੱਲ ਆਪਾਂ ਆ ਜਾਈਏ। ਮੈਂ ਆਪ ਨੂੰ ਬੇਨਤੀ ਕਰਾਂਗਾ, ਬਹੁਤ ਸਮਾਂ ਪਹਿਲਾਂ ਨਾ ਜੀ ਸਰਦਾਰ ਕਪੂਰ ਸਿੰਘ ਦੇ ਨਾਮ ਤੁਸੀਂ ਜਾਣੂ ਹੋਗੇ ਨਾ, ਇਹ ਜਲੰਧਰ ਰੇਡੀਓ ਤੇ ਬੋਲੇ ਸਨ, ਬਿਲਕੁਲ ਥੋੜਾ ਜਿਹਾ। ਉਹ ਲੇਖ ਮੈਨੂੰ ਮਿਲਿਆ ਬੜਾ ਪੁਰਾਣਾ, ਕਿਉਂਕਿ ਜਿਸ ਦੀ ਮਿਹਨਤ ਹੋਵੇ ਉਹਦਾ ਜ਼ਿਕਰ ਕਰਨਾ ਚਾਹੀਦਾ ਹੈ। ਉਹ ਗੁਰੂ ਤੇਗ ਬਹਾਦਰ ਸਾਹਿਬ ਤੇ ਜਦੋਂ ਬੋਲੇ ਆ, ਅਸੀਂ ਸਾਰੇ ਤਿਲਕ ਜੰਝੂ ਰਾਖਾ ਪ੍ਰਭਤਾਕਾ ਪੜ੍ਹਨੇ ਆ ਨਾ, ਉਹਨਾਂ ਨੇ ਥੋੜੇ ਜਿਹੇ ਸਮੇਂ 'ਚ ਕਮਾਲ ਕਰ ਦਿੱਤੀ। ਕਹਿੰਦੇ ਨੇ ਇਸ ਗੁਰੂ ਗੋਬਿੰਦ ਸਿੰਘ ਦੀ ਰਚਨਾ ਨੂੰ ਪੜ੍ਹਨ ਲੱਗਿਆ ਇੱਕ ਇੱਕ ਸ਼ਬਦ ਤੇ ਖਲੋ ਕੇ ਦਾ ਧਿਆਨ ਦਿਆ ਜੇ। ਉਹ ਇਹ ਕਹਿ ਰਹੇ ਨੇ, ਕਹਿੰਦੇ ਪਹਿਲਾ ਸ਼ਬਦ ਤਿਲਕ ਜੰਝੂ, ਜੰਝੂ ਹੈ ਉੱਥੇ, ਰਾਖਾ ਪ੍ਰਭ ਤਾਕਾ, ਤਾਕਾ ਉਹਨਾਂ ਦਾ, ਇਹ ਉਹਨਾਂ ਸ਼ਬਦ ਕਿਹਾ ਸੀ। ਤਿਲਕ ਤੇ ਜੰਝੂ ਵਾਲਿਆਂ ਦਾ ਰਾਖਾ ਹੈ ਗੁਰੂ ਤੇਗ ਬਹਾਦਰ ਉੱਥੇ। ਤਾਕਾ ਜਿਹੜੇ ਉਹ ਮੰਨਦੇ ਨੇ, ਤਿਲਕ ਜੰਝੂ ਮੰਨਦੇ ਆ। ਉਂਝ ਵੇ ਸੱਚੀ ਜੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੰਕਾਰ ਚ ਨਹੀਂ, ਕਿਸੇ ਵੀ ਧਰਮ ਦੇ ਚਿੰਨ੍ਹ ਨੂੰ ਮਾਨਤਾ ਨਹੀਂ ਦਿੱਤੀ ਗਈ ਜੇ ਉਹਦੇ ਚ ਦੈਵੀ ਗੁਣ ਨਹੀਂ। ਤਾਂ ਜੇ ਦੈਵੀ ਗੁਣ ਨਹੀਂ ਨਾ, ਫਿਰ ਬੇਨਤੀ ਜੇ ਹੁਣ ਆ ਜਨੇਊ ਹੀ ਹੈ। ਮਹਾਰਾਜ ਦਾ ਇੱਕ ਬਚਨ ਹੁੰਦਾ, ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਤੇ ਜੇ ਜਨੇਊ ਦਾ ਇਹ ਹੈ, ਤੇ ਜੇ ਆਪਾਂ ਵੀ ਖਿਮਾ ਕਰਿਓ, ਬੜੀ ਔਖੀ ਗੱਲ, ਕਿਰਪਾਨ ਪਾ ਕੇ ਤੇ ਸਾਰੇ ਪਾਪ ਉਹੀ ਕਰੀ ਜਾਂਦੇ ਜਿਹੜੇ ਮਨਮੁਖਾਂ ਵਾਲੇ ਨੇ। ਉਪਦੇਸ਼ ਤਾਂ ਸਾਡੇ ਤੇ ਵੀ ਲਾਗੂ ਹੋਵੇਗਾ ਨਾ, ਇਹ ਨਹੀਂ ਕਿ ਸਾਨੂੰ ਰਹਿਤ ਦੇ ਦਿੱਤੀ ਕਿ ਜੋ ਮਰਜ਼ੀ ਕਰ ਲਓ। ਸਾਹਿਬ ਗੁਰੂ ਤੇਗ ਬਹਾਦਰ ਦੀ ਸ਼ਹਾਦਤ, ਉਹ ਕਹਿੰਦੇ ਧਰਮ ਦੀ ਸੁਤੰਤਰਤਾ, ਧਰਮ ਦੀ ਰੱਖਿਆ। ਤੇ ਤੀਸਰੀ ਗੱਲ ਕਿ ਗੁਰੂ ਤੇਗ ਬਹਾਦਰ ਨੇ ਆਪਣੀ ਗਰਦਨ ਤੇ ਤਲਵਾਰ ਸਹਿ ਲਈ, ਪਰ ਆਪਣੀ ਕਮਾਈ ਦੀ ਕੁੰਜੀ ਨਹੀਂ ਉਹਨਾਂ ਨੇ ਕਿਸੇ ਨੂੰ ਦਿੱਤੀ। ਇਸ ਨੂੰ ਫਿਰ ਆਪਾਂ ਥੋੜਾ ਜਿਹਾ ਦੇਖਾਂਗੇ। ਇਹ ਬਚਨ ਹੈ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਤਿਲਕ ਤੇ ਜਨੇਊ ਵਾਲਿਆਂ ਦਾ ਰਾਖਾ, ਜਿਨ੍ਹਾਂ ਦਾ ਇਹ ਅਕੀਦਾ ਸੀ, ਜਿਨ੍ਹਾਂ ਦਾ ਇਹ ਧਰਮ ਸੀ। ਕੀਨੋ ਵੱਡੋ ਕਲੂ ਮੈਂ ਸਾਕਾ, ਬੜੋ ਬੜਾ ਵੱਡਾ। ਇਸ ਘੋਰ ਕਲਯੁਗ ਵਿੱਚ, ਇਸ ਸਮੇਂ ਵਿੱਚ ਜਿਹੜਾ ਸਾਕਾ ਲਫ਼ਜ਼ ਹੈ, ਇਹਦੇ ਵੈਸੇ ਅੱਖਰੀ ਅਰਥ ਇਹ ਨੇ ਜੋ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਕੀਤੇ ਨੇ। ਉਂਝ ਸ਼ਾਬਦਿਕ ਤੌਰ ਤੇ ਇਹ ਅੱਖਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਏ ਨੇ, ਪਰ ਉਹ ਅਰਥ ਹੋਰ ਅਰਥਾਂ 'ਚ ਨੇ। ਸਾਕਾ ਜਦੋਂ ਅਸੀਂ ਲਿਖਨੇ, ਸੱਸੇ ਨੂੰ ਕੰਨਾ, ਕੱਕੇ ਨੂੰ ਕੰਨਾ, ਸਾਕਾ ਨਾ। ਬਾਣੀ 'ਚ ਇੱਕ ਸ਼ਬਦ ਆਉਂਦਾ, ਖਰ ਕੀ ਵਡਿਆਈ ਖੌ ਆਖ ਨਾ ਸਾਕਾ। ਅੱਖਰ ਨੇ, ਉੱਥੇ ਭਾਵੇਂ ਬਿੰਦੀ ਨਹੀਂ ਲੱਗੀ, ਆਪਾਂ ਅਰਥ ਕਰਦਿਆਂ ਕਰਾਂਗੇ। ਸਾਕਾ ਦਾ ਲਫ਼ਜ਼ੀ ਅਰਥ ਭਾਈ ਸਾਹਿਬ ਕਰਦੇ ਆ ਕਿ ਇਤਿਹਾਸ ਵਿੱਚ ਵਾਪਰੀ ਉਹ ਘਟਨਾ ਜਿਹੜੀ ਸਮਾਂ ਲੰਘਣ ਤੋਂ ਬਾਅਦ ਵੀ ਆਪਣੀ ਅਹਿਮੀਅਤ ਨੂੰ ਕਦੀ ਫਿੱਕਿਆ ਨਾ ਪੈਣ ਦੇ। ਸਾਕਾ ਵਾਪਰੀ ਕੋਈ ਘਟਨਾ, ਕੋਈ। ਇੱਥੇ ਸਤਿਗੁਰੂ ਕਹਿੰਦੇ ਨੇ ਕੀਨੋ ਵੱਡੋ ਕਲੂ ਮੈਂ ਸਾਕਾ। ਅੱਗੇ ਹੈ ਸਾਧਨ ਹੇਤ, ਸਾਧਾਂ ਲਈ, ਭਲੇ ਪੁਰਖਾਂ ਲਈ। ਪਰ ਫਿਰ ਮੇਰੀ ਬੇਨਤੀ, ਜੇ ਇੱਥੇ ਇੱਕ ਵਾਰੀ ਕਹਿ ਦਿੱਤਾ ਤਿਲਕ ਜੰਝੂ ਰਾਖਾ ਪ੍ਰਤਾਕਾ, ਫਿਰ ਧਰਮ ਦੀ ਗੱਲ ਕੀਤੀ, ਕੱਲਾ ਇਹ ਨਹੀਂ ਕਿਹਾ ਹਿੰਦੂ ਧਰਮ। ਉੱਥੇ ਏਡਾ ਵਿਸ਼ਾਲ ਸ਼ਬਦ ਵਰ ਦਿੱਤਾ ਕਿ ਗੁਰੂ ਨੇ ਧਰਮ ਦੀ ਸੁਤੰਤਰਤਾ ਲਈ ਹੀ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ, ਧਰਮ ਦੀ ਆਜ਼ਾਦੀ ਲਈ।
तिलक जन्यू राखा प्रभताका कीनो बड़ो कलू में साका साधन खेत इति जिन करी शीस दिया पर वाहिगुरु सी ना उचरी। गुरमुखो अज मैं क्या 2-3 दिन उत्थे लगातार कथा करते हैं, मैं क्या आ थोड़ा जा खून किसी का उंगल चो निकल जाए ना तो लोग कंब जाते हैं। सच्ची मुच्ची कई बंदे बेहोश होंदे देखे। गुरु तेग बहादुर पिंजरे च ने ते सामने तिन्नां नूं ये नहीं, जिस ढंग नाल शहीद किया, चीर दिता, उबाल दिता। मैं अज क्या जो भाई सती दास दे दुआले रूल पेटते होणगे, गुरु तेग बहादुर साहब तो देखते पे ना भाई सती दास जी खून दे घुराल चले देखते पे। सच ये सिखा ने भी सी नहीं की। ते जदों गुरु तेग बहादुर साहब आके बोर्ड थले बैठे है ना, वो तलवार नूं वार वार तेज करदा है, पर गुरु तेग गोबिंद सिंह कहंदे ने मेरे पिता ने सिर दे दिता पर हाय नहीं की, सी नहीं की। फिर बेनती है, ये बड़ा डूंगा शब्द है, सी ना करना। वड्डे वड्डे बंदे डोल जाते जे। तिलक जन्यू राखा प्रभताका कीनो बड़ो कलू में साका साधन खेत इति जन करी शीस दिया पर सी ना उचरी। धर्म हेत साका जिन किया शीस दिया पर सिर। मैं ये गल कहनी चाहना, सिर दे अक्सर साडे अर्थ असीं करने सिदक, सिर दा अर्थ दृढ़ता। सरदार कपूर सिंह कहते नहीं, वो कहते सिर लफ्ज जिहड़ा ये अरबी दा है। फिर सुनो, जीवन शब्द ने शायर नानक शायर एब कहता है सच्चे परवदगारा। अज कोई पढ़े वो कहांगे जी शायर दा अर्थ कवि, यही कहांगे ना। पर सरदार साहब दी मैं खोज तो कुर्बान जाऊं, कहंदे ने शायर जिहड़ा शायर लफ्ज है, चलो बाणी च असीं शायर भी हुंदा अर्थ कर लगे शायर ही कहांगे। वो कहंदे आ कि कुरान आउण तो पहलां अरब विच शायर शब्द उन्हां लई वरतिया जांदा सी जिन्हां दा संबंध सीधा रब नाल है, जिहड़े अगम्मी गल्लां दसदे हुंदे सी, लोकी उन्हां नूं शायर कहंदे हुंदे सी। किड्डा उच्चा शब्द है। हजूर सच्चे पातशाह महाराज जी ने इत्थे जिहड़े जी धर्म हेत साका जिन किया सीच दिया पर सिर। सिर कहंदे आ आत्म गौरवता। इहदे थोड़े जिहे अर्थ होर खोके कर लईए कि जिस परम अवस्था विच गुरु तेग बहादुर विचरदे पए ने, जिवें हुण भाई साहब पढ़ रहे सन, जो नर दुख में दुख नहीं माने, सुख सने अर भैली जाका कंचन माटी माने। जिस परम अवस्था विच गुरु तेग बहादुर सिर आत्म गौरवता। कहन लगे जे तलवार दा डर, मौत दा डर, हकूमत दे पिंजरियां दा डर अंदर दी रूहानियत दे भेद ही खुल जाए तो फिर रूहानियत कादी होई। सिर ना दिया, उन्होंने अपना सिर दे दिता गुरमुखो, पर अंदर दी जड़ी उच्ची अवस्था है, एक कूड़े बादशाह दे पिछे अपने कमाई दे बूहे खोलते ने, सवाल ही नहीं पैदा हुंदा। हाँ भावना वाला सिख आवे, गुरु उहदे लई दरवाजे खोल देंदा। सिर वो उच्ची अवस्था नहीं उन्होंने दसी, उन्होंने यही से ना भी करामात दिखाओ, अजमत दिखाओ। महाराज कह रहे ने धर्म हेत साका जिन किया शीस दिया पर सिर न दिया। अगे है नाटक चेटक किए कुकाचा। किड्डा कमाल दा शब्द वरत्या, कहते करामाता आ नाटक चेटक। मैं अज भी कहा जी, कई बार कई सज्जन कहते हैं ना जी भी उत्थे जे करामात वापर जाती, मैं कहना चांदनी चौक च वापरी सी। करामात दुनिया तो वखरी सी। दुनिया च करामात वापरदी है आम, कई बाणी च भी कई बार शब्द मिलणगे कि तसीहे देन लगदे आ, तशद्दद देन लग करदे आ, ते सुभाव चेंज हो जाता तत्तां दा। एक शब्द हुंदा है, ये दुष्ट सभा मिल मंत्र पकाया कर सै औद कनेरी, गेर तार जल ज्वाला भै राख्यो राजा राम माया फेरी। ये नहीं कि आप शब्द ते उत्थे भगती दी लाज बारे चले कि प्रहलाद नूं पहाड़ तो सट्टिया, पानी च सट्टिया, अग सट्टिया। कहंदे ने परमात्मा ने तत्तां दा सुभाव ही बदल दिता, राजा राम माया फेरी। पर इत्थे भाई दयाला जी उबलदा है, पर अग ने सुभाव नहीं बदलिया। इत्थे रूह नूं लगी कोई अग दा सुभाव नहीं बदलिया। इत्थे आरे दे दंदियां नाल मैं कहना इदू वड्डी करामात दुनिया च कुछ भी नहीं कि तन दा फीता फीता हो जाना ते अपने गुरु वल्लों मुख फिर भी ना मोड़ना। सब तो वड्डी करामात है। मैं इनू नाटक चेटक नहीं हैगा, नाटक चेटक मदारी दी खेड नहीं। नाटक चेटक की है कुकाजा। कुकाजा शब्द वरत्या मारे
ਭੈੜਾ ਕਾਜ ਗਏ ਕਰਾਮਾਤਾਂ ਦਿਖਾਣੀਆਂ, ਨਾਟਕ ਚੇਟਕ ਕੀ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਅੱਗੇ ਫਿਰ ਮਹਾਰਾਜ ਕਹਿੰਦੇ ਠੀਕ ਕਰ ਫੋਰ ਦਲੀਸ ਸਿਰ, ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਠੀਕਰਾ ਪੰਨਿਆ। ਮੈਂ ਜਿਹੜੀ ਥੋੜੀ ਜਿਹੀ ਬੇਨਤੀ ਕਰਨੀ ਹੈ, ਕਿਉਂਕਿ ਅਸੀਂ ਸ਼ਹਾਦਤ ਵਿੱਚ ਭਾਈ ਜੈਤਾ ਜੀ, ਭਾਈ ਨਨਵਾ ਜੀ ਤੇ ਭਾਈ ਉਦੈ ਜੀ, ਉਹਨਾਂ ਨੂੰ ਵੀ ਯਾਦ ਕਰਨੇ ਆ, ਤੇ ਇੱਕ ਭਾਈ ਲੱਖੀ ਸ਼ਾਹ ਜੀ ਜਿਹਨੂੰ ਅਸੀਂ ਵਣਜਾਰਾ ਕਹਿੰਦੇ। ਤੇ ਮੇਰੇ ਮਨ ਚ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਣਜਾਰਾ ਹੈ ਨਾ, ਸੱਚੀ ਮੁੱਚੀ ਲੱਖੀ ਸ਼ਾਹ ਤੇ ਉਹ ਵੀ ਵਪਾਰ ਕਰ ਗਿਆ। ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭਖੈ ਨਾਲ। ਸੱਚ ਇਹ ਵੇ ਲੱਖੀ ਸ਼ਾਹ ਨੇ ਬੜੇ ਵਪਾਰ ਕੀਤੇ ਹੋਣਗੇ, ਪਰ ਜਿਹੜੀ ਵਤ ਆ ਵਣਜ ਗਿਆ ਨਾ, ਇਸ ਦਾ ਕੋਈ ਮੁਕਾਬਲਾ ਹੀ ਨਹੀਂ। ਉਹ ਸੱਚੀ ਮੁੱਚੀ ਵਣਜਾਰੇ ਨੇ। ਭਾਈ ਜੈਤਾ ਜੀ, ਇਹ ਵੀ ਮੈਂ ਬੇਨਤੀ ਅੱਜ ਥੋੜਾ ਜਿਹਾ ਉਹਨੂੰ ਇਤਿਹਾਸ ਨੂੰ ਕਈ ਸਾਲ ਪਹਿਲਾਂ ਕੀਤੀ ਸੀ। ਭਾਈ ਸਾਹਿਬ ਦੀ ਕਰਨੀ ਨੂੰ ਨਮਸਕਾਰ ਹੈ। ਹੁਣ ਸਾਡੀਆਂ ਜਿਹੜੇ ਪੁਰਾਣੇ ਗ੍ਰੰਥ ਨੇ ਉਹਨਾਂ 'ਚ ਕਿਹਾ ਜਾਂਦਾ ਭਾਈ ਜੀਵਨ ਸਿੰਘ ਜੀ ਜਦੋਂ ਸ਼ਹੀਦ ਹੋਏ ਨੇ, ਇਹ ਤਕਰੀਬਨ ਇੱਕ ਪੈਰ ਡਟ ਕੇ ਲੜੇ ਆ। ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਬਾਰੇ ਇੱਥੋਂ ਭਾਈ ਸਾਹਿਬ ਜੀ ਗੁਰਦੇਵ ਦਾ ਸੀਸ ਚੁੱਕਦੇ ਆ, ਕਿਉਂਕਿ ਥੋੜੇ ਜਿਹੇ ਅਸੀਂ ਦਰਸ਼ਨ ਇਹ ਵੀ ਕਰ ਲਈਏ। ਮੈਨੂੰ ਪਤਾ ਹੈ ਇਤਿਹਾਸ ਤੋਂ ਤੁਸੀਂ ਸਾਰੇ ਜਾਣੂ ਹੋ, ਪਰ ਜਿੱਦਣ ਸ਼ਹਾਦਤ ਵਾਲਾ ਦਿਨ ਹੁੰਦਾ ਹੈ ਉਸ ਪ੍ਰਸੰਗ ਨੂੰ ਕਹਿਣਾ ਜ਼ਰੂਰੀ ਹੈ। ਭਾਈ ਸਾਹਿਬ ਭਾਈ ਜੈਤਾ ਜੀ, ਭਾਈ ਉਦੈ ਜੀ ਤੇ ਭਾਈ ਨਨਵਾ ਜੀ, ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਨਾ, ਤੇ ਮੈਂ ਅੱਜ ਕਿਹਾ ਇੰਨੀ ਜਰਾਂਦ ਉਸ ਗੁਰਸਿੱਖ 'ਚ, ਇੰਨਾ ਜੇਰਾ ਕਿਹੋ ਜਿਹਾ ਅੰਦਰ ਗੰਭੀਰ ਕੀਤਾ ਹੋਵੇਗਾ। ਜਦੋਂ ਮਹਾਰਾਜ ਇਸ਼ਨਾਨ ਕਰਨ ਗਏ, ਭਾਈ ਜੈਤੇ ਨੇ ਦੇਖਿਆ ਹੈ ਉਸ ਇਕੱਠ 'ਚ। ਉਹ ਜਦੋਂ ਮਹਾਰਾਜ ਥੱਲੇ ਬੈਠੇ ਆ ਕੇ ਬੋੜ ਦੇ, ਉਦੋਂ ਦੇਖਿਆ ਜਦੋਂ ਜਲਾਦ ਜਲਾਲੂਦੀਨ ਨੇ ਤਲਵਾਰ ਤਿੱਖੀ ਕਰਕੇ ਚਲਾਉਣ ਲੱਗਾ, ਉਦੋਂ ਵੀ ਦੇਖਿਆ। ਗੁਰਮੁਖੋ ਦੇ ਅੱਖਾਂ ਵਿੱਚੋਂ ਪਾਣੀ ਨਹੀਂ ਛਲਕਣ ਦਿੱਤਾ, ਕਿਉਂਕਿ ਸੇਵਾ ਬੜੀ ਵੱਡੀ ਕਰਨੀ ਉਹਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਸੀਸ ਚੁੱਕ ਕੇ, ਕਿਉਂਕਿ ਅਸੀਂ ਭਾਵੇਂ ਕਮੇਟੀ ਵੱਲੋਂ ਵੀ ਸਿੱਧਾ ਇੱਥੋਂ ਤਰਾਵੜੀ ਹੈ, ਕੁਝ ਨਵੇਂ ਇਤਿਹਾਸ ਕਰਕੇ ਨੇ ਇੱਥੋਂ ਭਾਈ ਸਾਹਿਬ ਸੀਸ ਸੱਚੇ ਪਾਤਸ਼ਾਹ ਦਾ ਲੈਂਦੇ ਆ, ਤੇ ਗੁਰਮੁਖੋ ਆਪਣਾ ਸਿਰ ਤਲੀ ਤੇ ਰੱਖ ਕੇ ਗੁਰੂ ਦਾ ਸੀਸ ਚੁੱਕਿਆ ਹੈ। ਆਪਣਾ ਸੀਸ ਤਲੀ ਤੇ ਰੱਖ ਕੇ ਇਸੋ ਸੀਸ ਚੁੱਕਦੇ ਆ। ਕਈ ਸੱਜਣ ਖਾਰੀ ਦਾ ਜ਼ਿਕਰ ਕਰਦੇ ਆ, ਟੋਕਰੀ ਦਾ, ਹਾਂਜੀ। ਕਈ ਲਪੇਟ ਕੇ ਚਾਦਰ ਵਿੱਚ ਸੀਨੇ ਨਾਲ ਲਾ ਕੇ, ਜਰਨੈਲੀ ਸੜਕ ਤੇ ਨਹੀਂ ਤੁਰਿਆ ਕਿਉਂਕਿ ਪਕੜੇ ਜਾ ਸਕਦੇ ਆ। ਉਹਦੇ ਨੇੜੇ ਨੇੜਿਓਂ ਜੰਗਲ ਵਿੱਚੋਂ ਪਗਡੰਡੀਆਂ 'ਚ ਹੁੰਦੇ। ਮੈਂ ਬੇਨਤੀ ਕੀਤੀ 11 ਨਵੰਬਰ ਦੀ ਰਾਤ ਨੂੰ ਇੱਥੇ ਸੀਸ ਚੁੱਕਦੇ ਆ, ਤੇ ਗੁਰੂ ਤੇਗ ਬਹਾਦਰ ਨੂੰ ਸੀਨੇ ਨਾਲ ਲਾ ਕੇ ਸੀਸ ਨੂੰ ਬਾਗਪਤ ਪਹੁੰਚਦੇ ਆ। ਕੋਈ ਸੱਜਣ ਬਾਗਪਤ ਜੀ ਜਿਹੜਾ ਮੇਠ ਵਾਲੇ, ਇੱਥੇ ਸ਼ੇਖ ਵਾਹੂਦੀਨ ਦਾ ਤਕੀਆ ਹੈ ਕਿਹਾ ਜਾਂਦਾ ਹੈ। ਉਸ ਤਕੀਏ 'ਚ ਪਹੁੰਚਦੇ ਆ, ਰਾਤ ਨਿਕਲ ਗਈ ਹੈ, ਸੀਸ ਗੁਰਦੇਵ ਦਾ ਸੀਨੇ ਨਾਲ ਲਾਇਆ। ਉਸ ਦੇ ਕੋਲ ਜਾਂਦੇ ਆ, ਉਹ ਬੜਾ ਭਲਾ ਮਾਨਸ ਸ਼ੇਖ ਵਾਹੂਦੀਨ ਦੀ ਤਕੀਏ ਜਾਂਦੇ ਆ, ਤੇ ਇਹਨਾਂ ਨੂੰ ਹਿੰਦੂ ਵੀਰ, ਉਹਦਾ ਨਾਮ ਕ੍ਰਿਸ਼ਨ ਪਾਲ ਲਿਖਿਆ ਹੈ, ਉਹ ਪ੍ਰਸ਼ਾਦਾ ਛਕਾਉਂਦਾ ਹੈ। ਥੋੜਾ ਜਿਹਾ ਸਮਾਂ ਇੱਥੇ ਟਿਕਦੇ ਆ, ਥੋੜਾ ਵਕਤ। ਇੱਥੋਂ ਭਾਈ ਸਾਹਿਬ ਫਿਰ 12 ਨਵੰਬਰ ਨੂੰ ਸੀਸ ਚੁੱਕ ਕੇ ਨਿਕਲਦੇ ਆ। ਮੈਂ ਬੇਨਤੀ ਕਰਾਂ, ਇੱਥੋਂ ਚੱਲਦੇ ਹੋਏ ਫਿਰ ਤਰਾਵੜੀ ਪਹੁੰਚਦੇ ਆ ਭਾਈ ਸਾਹਿਬ ਜੀ। ਤੁਸੀਂ ਦੇਖੋ ਕਿੰਨਾ ਸਫ਼ਰ ਬਣਦਾ ਹੈ, ਕੋਈ ਗੱਡੀ ਨਹੀਂ, ਕੋਈ ਘੋੜੀ ਨਹੀਂ, ਕਿਹੋ ਜਿਹਾ ਜਿਸਮ ਉਹਦਾ, ਨਾਲੇ ਗੁਰਪ੍ਰਸਾਦ ਨਾਲ ਹੈ। ਇੱਥੋਂ ਚੁੱਕ ਕੇ ਜਦੋਂ ਤਰਾਵੜੀ ਪਹੁੰਚਦੇ ਆ, ਸੰਧਿਆ ਪੈ ਜਾਂਦੀ, ਸ਼ਾਮ ਪੈ ਜਾਂਦੀ ਜੀ, ਤੇ ਕਿਲੇ ਦੀ ਗਲੀ ਦੇ ਵਿੱਚੋਂ ਨਿਕਲ ਰਿਹਾ। ਇੰਨੀ ਦੇਰ ਨੂੰ ਸਾਹਮਣੇ ਇੱਕ ਧੋਬੀ ਵੀਰ ਤੁਰਿਆ ਹੁੰਦਾ, ਕੱਪੜੇ ਧੋ ਕੇ ਲਿਆਇਆ ਹੈ। ਭਾਈ ਸਾਹਿਬ ਭਾਈ ਜੈਤਾ ਜੀ ਤੋਂ ਉਹ ਦੇਖਦਾ ਹੈ, ਉਹਨੂੰ ਵੇਸ਼ ਭੂਸ਼ਾ ਜਾਂ ਉਹਨਾਂ ਦਾ ਬੋਲਣ ਦਾ ਤਰੀਕਾ, ਉਹਨੂੰ ਲੱਗਾ ਵੀ ਸਤਿਗੁਰਾਂ ਦਾ ਸਿੱਖ ਹੈ। ਤੇ ਉਹ ਪੁੱਛ ਲੈਂਦੇ ਨੇ, ਤੁਸੀਂ ਕੌਣ ਹੋ, ਕਿੱਥੇ ਜਾਣਾ ਹੈ? ਭਾਈ ਜੈਤਾ ਜੀ ਕਹਿੰਦੇ ਨੇ, ਮੈਂ ਦਿੱਲੀ ਤੋਂ ਆਇਆ ਤੇ ਮੈਂ ਆਨੰਦਪੁਰ ਸਾਹਿਬ ਜਾਣਾ ਹੈ। ਤੇ ਉਸ ਧੋਬੀ ਦਾ ਨਾਮ ਸੀ ਭਾਈ ਦੇਵਾ ਰਾਮ। ਉਹ ਧੋਬੀ ਪਿਆਰ ਅਦਬ ਸਹਿਤ ਕਹਿੰਦਾ ਭਾਈ ਸਾਹਿਬ ਜੀ ਨੂੰ ਕਿ ਮੈਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ, ਮੈਂ ਵੀ ਸਤਿਗੁਰਾਂ ਦਾ ਸਿੱਖ ਹਾਂ, ਤੁਸੀਂ ਮੇਰੇ ਘਰ ਚੱਲੋ। ਉਹਦੇ ਭਰੋਸੇ ਭਰੇ ਸ਼ਬਦ ਸੁਣ ਕੇ ਭਾਈ ਸਾਹਿਬ ਉਹਦੇ ਘਰ ਜਾਂਦੇ ਆ। ਇਹ ਨਹੀਂ ਦੱਸਦੇ ਪਏ ਮੇਰੇ ਕੋਲ ਕੀ ਹੈ,
ਜਦੋਂ ਉਹਨਾਂ ਦੇ ਘਰ ਪਹੁੰਚਦੇ ਦੀਵਾ ਜਗਦਾ ਹੁੰਦਾ ਹੈ, ਤੇ ਭਾਈ ਸਾਹਿਬ ਹਜ਼ੂਰ ਦਾ ਸੀਸ ਨਹੀਂ ਛੱਡਦੇ ਪਏ। ਉਹ ਅਦਬ ਨਾਲ ਕਹਿਣ ਲੱਗੇ, ਜੇ ਕੋਈ ਕੀਮਤੀ ਚੀਜ਼ ਹੈ ਮੈਨੂੰ ਦੇ ਦਿਓ, ਤੁਹਾਡੀ ਅਮਾਨਤ ਹੈ, ਮੈਂ ਸਾਂਭ ਲੈਣਾ। ਭਾਈ ਸਾਹਿਬ ਚੁੱਪ ਕਰ ਜਾਂਦੇ ਆ। ਉਹ ਫਿਰ ਦੁਹਰਾਉਂਦਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ, ਮੇਰੀ ਗੱਲ ਤੇ ਭਰੋਸਾ ਕਰੋ। ਤੇ ਭਾਈ ਸਾਹਿਬ ਦੇ ਨੇਤਰ ਪ੍ਰੇਮ ਦੇ ਕਹਾਂਗਾ ਛਲਕ ਆਉਂਦੇ ਆ। ਕਹਿਣ ਲੱਗੇ, ਇਹ ਬਹੁਤ ਕੀਮਤੀ ਹੈ। ਉਹ ਕਹਿੰਦਾ, ਕੀ ਕੀਮਤੀ? ਤੇ ਨਾਲ ਉਹ ਕਹਿੰਦਾ, ਮਹਾਰਾਜ ਕੋਲ ਚੱਲੇ ਹੋ ਤੁਸੀਂ, ਕਿਉਂ? ਦਰਸ਼ਨ ਬਖਸ਼ਣ। ਤੇ ਕਹਿਣ ਲੱਗਾ, ਤੁਸੀਂ ਮੰਜੀ ਤੇ ਬਸਤਰ ਵਿਛਾਓ। ਜਦੋਂ ਬਸਤਰ ਵਿਛਾਏ ਤੇ ਦੀਵੇ ਦੇ ਚਾਨਣ ਵਿੱਚ ਫਿਰ ਹਜ਼ੂਰ ਦੇ ਸੀਸ ਦਾ ਕੱਪੜਾ ਖੋਲਦਾ। ਇਹ ਸੀਸ ਯਾਤਰਾ ਹੈ। ਮਹਾਰਾਜ ਜੀ ਦੇ ਸੀਸ ਤੋਂ ਕੱਪੜਾ ਖੋਲਦਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸੀਸ ਜੋ ਜਪ ਪੜ੍ਹਨ ਤੋਂ ਬਾਅਦ ਜਿਸ ਮੁਦਰਾ ਵਿੱਚ ਮੁੱਖ ਸੀ ਨਾ ਜੀ, ਉਸੇ ਤਰ੍ਹਾਂ ਹੀ ਮੁਖੜਾ ਹੈ ਮਹਾਰਾਜ ਜੀ ਦਾ। ਜਦੋਂ ਫਿਰ ਦੇਵਾ ਰਾਮ ਧੋਬੀ ਦੇਖਦਾ ਹੈ, ਉਹਦਾ ਜਿਗਰਾ, ਉਹ ਜਿਵੇਂ ਬੰਦਾ ਜਰ ਨਹੀਂ ਸਕਦਾ। ਭਾਈ ਜੈਤਾ ਹੱਥ ਪਕੜ ਕੇ ਕਹਿੰਦਾ, ਚੇਤੇ ਰੱਖਿਓ, ਰੌਲਾ ਨਹੀਂ ਪਾਣਾ, ਇਹ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਰਾਏ ਕੋਲ ਲੈ ਕੇ ਜਾਣਾ ਹੈ। ਭਾਈ ਜੈਤਾ ਜੀ ਉਸ ਮੰਜੀ ਕੋਲ ਨਾ ਜੀ, ਇਤਿਹਾਸ ਕਹਿੰਦਾ ਵੀ ਪਿੱਠ ਲਾ ਕੇ ਨਾ ਜਿੱਧਰ ਮਹਾਰਾਜ ਦਾ ਸੀਸ ਰੱਖਿਆ, ਜਿਹੜੀ ਮੰਜੀ ਪੈਂਦ ਸੀ ਉਹ ਉਧਰ ਪਿੱਠ ਲਾ ਕੇ ਭਾਈ ਸਾਹਿਬ ਜੀ ਬੈਠ ਲੇਟ ਕੇ ਜਾਂ ਆਰਾਮ ਕੀਤਾ। ਸਾਰੀ ਰਾਤ ਉਹ ਧੋਬੀ ਹਜ਼ੂਰ ਦੇ ਸੀਸ ਉੱਤੇ ਚਾਦਰ ਨਾਲ ਚੌਰ ਕਰਦਾ ਰਿਹਾ। ਇੱਥੋਂ ਭਾਈ ਸਾਹਿਬ ਫਿਰ ਅੰਮ੍ਰਿਤ ਵੇਲੇ ਸੀਸ ਚੁੱਕਦੇ ਆ ਤਰਾਵੜੀ ਤੋਂ, ਫਿਰ ਚੱਲਦੇ ਆ ਗੁਰੂ ਦਾ ਭਰੋਸਾ ਲੈ ਕੇ। ਅੰਬਾਲੇ ਜਦੋਂ ਪਹੁੰਚਨੇ ਆ ਨਾ, ਇਹ ਰਸਤੇ 'ਚ ਇੱਕ ਨਦੀ ਆਉਂਦੀ ਹੈ ਬਰਸਾਤੀ, ਟਾਂਗਰੀ ਨਦੀ। ਭਾਈ ਸਾਹਿਬ ਫਿਰ ਉੱਥੇ ਥੋੜਾ ਸਮਾਂ ਰੁੱਖ ਦੇ ਥੱਲੇ ਆਰਾਮ ਕਰਦੇ ਆ। ਇੱਥੋਂ ਫਿਰ ਚੱਲਦੇ ਆ ਤੇ ਅੰਬਾਲੇ ਪਹੁੰਚਦੇ ਆ। ਭਾਈ ਸਾਹਿਬ ਜਦੋਂ ਅੰਬਾਲੇ ਪਹੁੰਚਦੇ ਆ, ਉੱਥੇ ਇੱਕ ਸੱਜਣ, ਉੱਥੇ ਮੁਸਲਮਾਨ ਵੀਰ ਮਰਦਾਂ ਨੂੰ ਪੁੱਛਦੇ ਨੇ, ਕੁਝ ਸਿੱਖਾਂ ਦਾ ਘਰ ਹੈ? ਉਹ ਕਹਿੰਦਾ, ਹਾਂ, ਕੈਂਥ ਮਾਜਰੀ ਵਿੱਚ। ਮਾਜਰੀ ਕਹਿੰਦੇ, ਕੈਂਥ ਮਾਜਰੀ ਵਿੱਚ ਕੁਝ ਸਿੱਖ ਰਹਿੰਦੇ ਆ। ਭਾਈ ਜੈਤਾ ਸਾਹਿਬ ਜੀ ਉਹਨਾਂ ਦੇ ਘਰਾਂ 'ਚ ਪਹੁੰਚਦੇ ਆ। ਉਸ ਸਿੱਖ ਦਾ ਨਾਮ ਹੈ ਭਾਈ ਦੇਵਾ ਰਾਮਦੇਵ। ਤਰਾਵੜੀ ਵਾਲੇ ਦਾ ਨਾਮ ਹੈ ਦੇਵਾ ਰਾਮ, ਉਹਦਾ ਨਾਮ ਹੈ ਭਾਈ ਰਾਮਦੇਵ। ਉਹਨੇ ਕੋਲ ਜਾਂਦੇ ਆ ਤੇ ਉਹਨੂੰ ਜਦ ਦੱਸਦੇ ਹੋ, ਮੈਂ ਦਿੱਲੀ ਤੋਂ ਆਇਆ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ, ਮੇਰਾ ਨਾਮ ਇਹ ਵੇ। ਉਹ ਕਹਿੰਦੇ, ਜੀ ਸਦਕੇ ਆਓ, ਕੀ ਸੇਵਾ ਕਰੀਏ? ਕਹਿੰਦੇ ਕਿ ਇੱਕ ਰਾਤ ਰਹਿਣਾ, ਮੈਂ ਥੱਕਿਆ ਹੋਇਆ। ਉਹ ਜਲ ਪਾਣੀ ਛਕਾਉਂਦੇ ਨੇ। ਉੱਥੇ ਗੱਲ ਫਿਰ ਚੱਲਦੀ ਹੈ, ਮਿਲਦਿਆਂ ਮਿਲਾਉਂਦਿਆਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਚੱਲੇ ਹੋ। ਭਾਈ ਸਾਹਿਬ ਚੁੱਪ ਰਹਿੰਦੇ ਆ। ਜਦੋਂ ਉੱਥੇ ਵੀ ਉਹ ਪੁੱਛਦੇ ਨੇ, ਤੁਹਾਡੇ ਕੋਲ ਹੈ ਕੀ ਇੰਨਾ? ਕਿਉਂਕਿ ਅਦਬ ਬੜਾ ਕਰ ਰਹੇ ਸੀ ਦਾ, ਕੀ ਹੈ ਇਹ, ਕਿਹੜੀ ਵਸਤੂ? ਬਸਤਰ ਨੇ? ਕਹਿੰਦੇ ਨਹੀਂ। ਉੱਥੇ ਵੀ ਭਾਈ ਸਾਹਿਬ ਕਹਿੰਦੇ ਨੇ, ਬਸਤਰ ਵਿਛਾਓ। ਉੱਥੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇ ਫਿਰ ਦਰਸ਼ਨ ਕਰਾਉਂਦੇ ਆ। ਇਹ ਸਾਰੇ ਜਗਿਆਸੂ ਪ੍ਰੇਮ 'ਚ ਬੈਠੇ ਸਨ, ਮਹਾਰਾਜ ਦਰਸ਼ਨ ਬਖਸ਼ਿਓ। ਫਿਰ ਭਾਈ ਸਾਹਿਬ ਕੈਂਥ ਮਾਜਰੀ ਰਾਤ ਰਹਿ ਕੇ ਸਵੇਰੇ ਉੱਠਦੇ ਆ ਤੇ ਬਨੂੜ ਦੇ ਕੋਲ, ਛੱਤ ਬਨੂੜ ਹੈ ਨਾ ਜੀ ਇਸ ਪਾਸੇ, ਜਿੱਥੇ ਗੁਰਦੁਆਰਾ ਨਾਭਾ ਸਾਹਿਬ ਹੈ, ਇੱਥੇ ਭਾਈ ਸਾਹਿਬ ਪਹੁੰਚਦੇ ਆ। ਫਿਰ ਬੇਨਤੀ ਹੈ, ਦਿੱਲੀ ਤੋਂ ਚਾਂਦਨੀ ਚੌਂਕ ਤੋਂ ਚੱਲੇ, ਬਾਗਪਟ, ਬਾਗਪਟ ਤੋਂ ਤਰਾਵੜੀ, ਤਰਾਵੜੀ ਤੋਂ ਅੱਗੇ ਅੰਬਾਲੇ, ਕੈਂਥ ਮਾਜਰੀ, ਉਸ ਤੋਂ ਅੱਗੇ ਨਾਭਾ ਸਾਹਿਬ। ਉੱਥੇ ਸ਼ਾਮ ਪੈ ਜਾਂਦੀ। ਭਾਈ ਸਾਹਿਬ ਜੀ ਨੇ ਦੇਖਿਆ ਵੀ ਝੌਂਪੜੀ ਕਹੇ ਪਿੰਡ ਤੋਂ ਬਾਹਰ ਵਸੋਂ ਤੋਂ ਨਹੀਂ ਨੇੜੇ ਜ਼ਿਆਦਾ, ਤੇ ਇਹ ਵੀ ਮਨ ਸੀ ਕਿਉਂਕਿ ਇੱਥੇ ਰੌਲਾ ਪੈ ਚੁੱਕਾ ਸੀ ਵੀ ਮਹਾਰਾਜ ਦਾ ਸੀਸ ਨਹੀਂ ਮਿਲ ਰਿਹਾ। ਉਹ ਫਿਰ ਸ਼ਾਮ ਨੂੰ ਜਦੋਂ ਵਹਿੰਦੇ ਪਏ ਨੇ ਆਰਾਮ ਕਰ ਲਈ, ਥੋੜਾ ਜਿਹਾ ਖੜਾਕ ਹੋਇਆ ਝਾੜੀਆਂ 'ਚ। ਕਹਿੰਦੇ ਉਸ ਝੌਂਪੜੀ 'ਚੋਂ ਫਕੀਰ ਨਿਕਲਿਆ, ਉਹਦਾ ਨਾਮ ਸੀ ਦਰਗਾਹੀ ਸ਼ਾਹ, ਮੁਸਲਮਾਨ ਦਾ। ਉਹਨੇ ਆਵਾਜ਼ ਦਿੱਤੀ, ਜੀ ਕੌਣ ਹੋ ਤੁਸੀਂ? ਭਾਈ ਸਾਹਿਬ ਨੇ ਸਿੱਧਾ ਹੀ ਕਿਹਾ, ਮਹਾਰਾਜ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ। ਦਰਗਾਹੀ ਸ਼ਾਹ ਬਿਰਧ ਸੀ। ਕਹਿੰਦਾ, ਜੇ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਨਾ, ਮੈਂ ਉਸ ਗੁਰੂ ਨਾਨਕ ਦੀ ਜੋਤ ਨੂੰ ਬਹੁਤ ਮੁਹੱਬਤ ਕਰਨਾ। ਗੁਰੂ ਤੇਗ ਬਹਾਦਰ ਸਾਹਿਬ ਕੋਲ ਚੱਲਿਆ, ਕਿਉਂਕਿ ਅੱਜ ਦੇ ਸਾਧਨ ਨਹੀਂ ਸਨ ਸਮਾਚਾਰ ਪਹੁੰਚਣ ਦੇ। ਗੁਰੂ ਤੇਗ ਬਹਾਦਰ ਸਾਹਿਬ ਕੋਲ ਚੱਲਿਆ। ਭਾਈ ਸਾਹਿਬ ਚੁੱਪ ਨੇ। ਕਹਿਣ ਲੱਗੇ, ਮੇਰਾ ਸੁਨੇਹਾ ਦਿਓ ਕਿ ਇੱਕ ਕੰਧੀ ਤੇ ਰੁਖੜਾ ਬੈਠਾ ਤੇਰੇ ਦਰਸ਼ਨਾਂ ਦੀ ਤਾਂਗ ਦੇ ਵਿੱਚ। ਭਾਈ ਸਾਹਿਬ ਦਾ ਮਨ ਬੈਰਾਗ ਚ ਆਇਆ, ਅੰਦਰ ਚਲੇ ਗਏ। ਉੱਥੇ ਫਿਰ ਸੀਸ ਖੋਲ ਕੇ ਦਰਸ਼ਨ ਕਰਾਉਂਦੇ ਆ। ਗੁਰਮੁਖੋ ਬਜ਼ੁਰਗ ਸਾਰੀ ਰਾਤ ਨਾ
बिराह च दरगाईशा रोया, उन्हें कहा इस हुकूमत दियां जड़ां पट्टियां गई जो इन्हें पाप किया है। इतों फिर तुर लग्या भाई साहब जो सवेरे तुरते आ तो दरगाईशा कहता है कि गुरु तेग बहादुर साहब जी के बेटे गोबिंद राय ने ना, कहता जी कहते उन्होंने कह दियो बेनती करियो, मैं तो पहुँच नहीं सकता, बिरध हो गया, मैनू दर्शन जरूर देन। तो जदों महाराज पौंटा साहब गए तो दर्शन दे के गए गुरु गोबिंद सिंह जी। इतों शीश चुक के भाई जैता जी हजूर दा ये पहुँचदे बबानगढ़ जिथे गुरुद्वारा है कीरतपुर साहब, बड़ी वड्डी कमाई है जी भाई जैता साहब जी की, कोई कोई मुल ही नहीं उन्होंने कमाई का। उत्थे फिर उन्होंने तां सी कीरतपुर भी हो सकता है परिवार ने इत्थे गुरु हरगोबिंद साहब जी का संस्कार होया है, ये गुरु हर साहब जी का, तो हो सकता है इत्थे होवे। इत्थे फिर भाई साहब जी रुक जाते हैं, फिर आनंदपुर साहब तो गुरु गोबिंद राय होंदे आ, आप महाराज आउंदे आ जी, ते पालकी लैके आउंदे आ छोटी, सतगुरु गुरु गोबिंद राय होंदे आ। हजूर गुरु तेग बहादुर साहब जी दे मां जी माता नानकी बहुत बिरद ने, वो आउंदे आ, ते सन्मानयोग माता गुजरी जी आउंदे आ। भाई जैता शीस लैके बैठा है, 9 साल की उम्र च गुरु गोबिंद राय उन्हां दे हत्थ विच पिता दा शीस पकड़ा दिंदा, बोलदा कुछ नहीं। गुरमुखो ये आम घटना नहीं, तो मैं अज भी कहा इस डुले हुए खून ने हिंदुस्तान की हिस्टरी बदल के रख दी सी। ये छोटी जी गल नहीं, इदू बाद एडा वड्डा इनकलाब पैदा होया, खालसा इदू बाद आउंदा, इदू बाद जंग हुंदे ने। भारत का जे किसी ने, क्योंकि इत्थे तुहानूं पता है जो कुछ किताबां सिखाया जाता है, जे किसी ने इस जुल्म राज की जड़ की पट्टन की शुरुआत की तो गुरु तेग बहादुर की शहादत नहीं की। महाराज ने यह थोड़ा क्या, जे तिलक जंजू क्या है ना, तो दिल्ली के बादशाह लिए शब्द वरते दलीसुर, ਇਹਦਾ मतलब मेरे बाप का सिर जेड़ा बाप का ठीकरा है वो बादशाह के सिर उत्ते मेरे बाप ने भन्निया, सीधा बादशाह नूं चैलेंज किया जाए, उन्होंने दोषी ठहराया, ठीकर फोर दलीस है। महाराज सच्चे पातशाह जी आउंदे आ, इतिहास कहता है कि उत्थे भाई जैता जदों सीस दिंदे आ ते सतगुरु अपने पिता जी के सीस के दर्शन करते हैं। हुण देखो किन्ने दिन हो गए ने चले, 11 नवंबर दे चले आ, 17 नूं संस्कार होना जाके गया ना, उत्थे फिर गुरु गोबिंद सिंह महाराज मत्था टेकदे आ, माता नानकी जी आउंदे आ, पुत्र दे सीस नूं देखदे आ, अंदर ही सब कुछ पाया होया है। माता गुजरी जी देखदे आ ते मत्था टेकदे आ। साडा इतिहास कहता है माता जी दे आ शब्द सन जबान तो, सतगुरु तुहाडी निभ गई गुजरी दी भी निभ जाए, तुहाडी निभ गई मेरी निभ जाए। इत्थों फिर पालकी विच सतगुरां दा सीस लैके संगत आनंदपुर साहिब जाती है, महाराज नाल जाते हैं। गुरमुखो जिन्हां दर्शन उत्ते सीसगंज दे कीते, एक तां थड़ा उन्हां छेड़िया नहीं, जो तो सिंह दसदे आ ना, महाराज जी थड़ा बनवाते आ ते गुरु साहब की रहायश के सामने संस्कार होया। उस वक्त सतगुरां की रहायश किले ते बने नहीं सन, जिहड़ा गुरुद्वारा भूरा साहिब है ना आनंदपुर साहिब, उहदे सामने सी सड़क लंघने ते सीसगंज साहिब आउंदा है। उत्थे महाराज ने थड़ा बना के चिखा चुनी, सीस पिता जी का रखिया ते सामने जिथे महाराज बैठे ने खलोते सन अगन ला के, उस थां नूं अकाल बुंगा कहंदे। अकाल बुंगे वाली जगह गुरु गोबिंद राय देख रहे आ, पिता जी दे सीस नूं जदों अगन भेट किया, चिखा नूं लांबू लाया, भाई जैते नूं घुट के सीने न लाया, इन्ना प्यार दिता, शब्द क्या रंगरेटे गुरु के बेटे। कहना शब्द ये एवें थोड़ा कहता, कोई पोलिटिकल शब्द थोड़ा, रंगरेटे गुरु के बेटे। ते तीजा शब्द क्या, सदा पंथ संग समेटे। रंगरेटे गुरु के बेटे, पंथ संग समेटे। इत्थे फिर हजूर सच्चे पातशाह जी ने जी 29-30 साल गुरु गोबिंद सिंह आनंदपुर साहिब रहे आ। उथों का इतिहास कहता हर रोज महाराज पिता जी दे सीसगंज वाली जगह ते नमस्कार करते होंगे। ये इहनूं ज़हन च रखियो,
जिस दिन महाराज जी ने 6 पोह की रात ते 7 पोह के दिन आनंदपुर साहिब छड्डिया, उस दिन भी अपने पुत्रा समेत गुरु गोबिंद सिंह सीसगंज वाली जगह ते मत्था टेक के आए। सेवा कदी बख्शी, उत्थे सेवा सिर्फ सीसगंज की दे के आया। तुसी हिस्टरी पढ़ो, केसगढ़ किला नहीं हैगा, आपनू पता क्यों कई बार किला कह देने। केसगढ़ की तो पहाड़ी सी, किले ते 5 वखरे ने दूजे, तारागढ़, फतेहगढ़, होलगढ़, लोहगढ़ ते आनंदगढ़। केसगढ़ किले च नहीं, नरमोहगढ़ दूर है। महाराज उत्थे भाई गुरबख्श नूं कहंदे आ कि साडे जान तो बाद इस अस्थान की सेवा तुसी करनी है। मैं बेनती करा, महाराज की कुछ दे के गया, मैं बड़ा, क्योंकि समा मेरा लेट हो गया सी, इस करके देखो ये सीसगंज है, रकाबगंज है जी। राती भी एक बच्चा पूछ रहा सी भी गंज के अर्थ की ने। उंज वे सरदार कपूर सिंह जी अर्थ करते हैं पवित्र सीस दी मणि, पवित्र सीस दा रतन। उंज गंज का अर्थ है खजाना, आप सारे जानते हो। तुम देखो सिख का भी सीस लेंदा है ते गुरु जी का भी लथा। जिथे गुरु जी का सीस लंघिया ते जिन्ना राह तो लंघिया, जिथे जिथे पड़ां कीते, हर गुरुद्वारे सीसगंज। यह सीसगंज तो शुरू होया, पर सीस तो बाबा दीप सिंह का भी लथा है। बाबा गुरबख्श सिंह शहीद होए, भाई मनी सिंह उदन में क्या, गुरु तेग बहादुर जी ने सीस गंज दिता। सिखा ने इन्नी कमाई की कि सीस ला ला के शहीद गंज बना देते। बाबा दीप सिंह का शहीद गंज है, सीसगंज नहीं। भाई मनी सिंह का शहीद गंज है, भाई तारू सिंह जी का शहीद गंज है। तुम दर्शन करते हो श्री अकाल तख्त साहिब के पिछे बाबा गुरबख्श सिंह का शहीद गंज है। गुरमुखो कली बाणी नहीं, गुरु तेग बहादुर साहब सीस गंज दे के गए। इस सीस तो बाद इन्ने कुछ सीसा के ढेर लग गया, अगे तक भी कमी नहीं होती पई। इसकी शुरुआत गुरु तेग बहादुर सच्चे पातशाह जी ने की है। उस सतगुरु नूं असी याद करने पे हाँ, जिमें गुरु गोबिंद सिंह जी ने किया, ठीक कर फोर दलीस सिर प्रभुर किया प्यान, तेग बहादुर सी किरिया करी ना किनूहान। मैं रात भी कहा, क्योंकि असी कविता वरतने आ किसी दूजे दे लेख। गुरु गोबिंद सिंह गल ही मुका गए कि जो कुछ गुरु तेग बहादुर साहब ने किया किसी नहीं किया। तेग बहादुर सी किरिया करी ना किनू आन, तेग बहादुर के चलत भयो जगत को शोक, है सब जग भयो जय 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 सुरलोक। इनू फिर गुरु जी दे कवि सैनापत ने लिखिया, प्रगट पै गुरु तेग बहादुर। ये सैनापत है, ये थोड़ा जहा पाठ भेद है। पुराने ग्रंथां से सगल सृष्ट पै जाकी चादर, पर ज्यादा शब्द ढापी प्रचलित है ना जी। प्रगट पै गुरु तेग बहादुर, सगल सृष्ट पै ढापी चादर, कर्म धर्म की जिन पत राखी, अटल करी कलयुग में साखी। ऐसे दीन दयाल गुरु तेग बहादुर साहब नूं आप याद कर रहे हो। तो मैं सीसगंज साहिब ऐदकी जी मार, हाँ जी हाँ जरूर जी, मेरी मिच्छा सी भी जिमें गुरु रामदास जी की कथा करने हैं, तो ऐदकी सतगुरु गुरु तेग बहादुर जी ने 4 दीवाना की सेवा बख्शी। सतगुरां ने आप जैजावंती राग, तो मैं संगत दिल्ली दी नूं बेनती कर चले, 4 शब्द रोज पढ़िया करो जैजावंती दे, है ना। वो निचोड़ है गुरु तेग बहादुर की बाणी का। तो अज मैं सेवक नहीं, जिहड़ा राम सिमर 4 शब्द ने, तो मिनट 4 लगने करने ने। नितनेम घटाई दे नहीं हुंदे, नितनेम वधाई दे हुंदे। गुरु तेग बहादुर साहब किरपा करन, अगले साल फिर हाँ चढ़दी कला च मालक मेहर करे तुहाडा। हाँ भाई ननवा भाई उदा जी, उन्हां दी भी कमाई का कुछ पुछी कुछ ना जी, सिखां दी जिहड़ी कमाई सी। अगले साल फिर आपां डिटेल नाल सतगुरु का इतिहास, गुरु तेग बहादुर साहब जी के बचनां नाल सांझ पावांगे। इन्नियां को बेनतियां आप समुचे प्रबंध का बहुत बहुत धन्यवाद। गुरुमुखो अमृत छको, मेरी बेनती है अमृतधारी हो, पंजाबी बोलिया करो तो गुरमुखी जरूर लिखिया करो। बोलीए पंजाबी तो लिखिए गुरमुखी च। बाहर मैं कितना गया, कहते भाई साहब साडे असीं स्कूल लाने,
ਤੁਸੀਂ ਵੀ ਆਓ, ਮੈਂ ਵੇਖਿਆ ਤੇ ਉਹ ਮੁਹਾਰ ਨਹੀਂ ਸਿਕਾਣ ਪਏ, ਊੜਾ ਐੜਾ, ਉਹ ਸੀ ਪਾ ਕੇ ਚੱਚਾ ਪਾ ਕੇ ਨਾ, ਸੀ ਐਚ ਤੇ ਅੱਗੇ 2 ਏ ਪਾ ਕੇ ਕਹਿੰਦੇ ਬੱਚੇ ਬੋਲੋ ਚੱਚਾ। ਮੈਂ ਕਿਹਾ ਇਦੋਂ ਕੰਮ ਛੱਡ ਹੀ ਦਿਓ, ਗੁਰਮੁਖੀ। ਫਿਰ ਮੇਰੀ ਬੇਨਤੀ ਸੁਣਿਓ, ਆਪਾਂ ਗੁਰਮੁਖੀ ਜ਼ਰੂਰ ਸਿੱਖੀਏ, ਬੋਲੀਏ ਪੰਜਾਬੀ ਤੇ ਲਿਖੀਏ ਗੁਰਮੁਖੀ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।